ਹੈਲੋ ਸਟੂਡੈਂਟਸ, ਉਮੀਦ ਹੈ ਤੁਹਾਡੀ ਤਿਆਰੀ ਚੰਗੀ ਚੱਲਦੀ ਹੋਣੀ ਆ। ਦੇਖੋ ਅਸੀਂ ਅਗਲਾ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ। ਅੱਜ ਦਾ ਸਾਡਾ ਅਸੀਂ ਕੀ ਪੜ੍ਹਾਂਗੇ ਅੱਜ ਦੇ ਲੈਕਚਰ ਦੇ ਵਿੱਚ। ਸਾਡੇ ਲੈਕਚਰ ਦੀ ਲੇਆਊਟ ਇੱਦਾਂ ਦੀ ਆ ਕਿ ਅਸੀਂ ਸਭ ਤੋਂ ਪਹਿਲਾਂ ਇਲਾਸਟੀਸਿਟੀ ਬਾਰੇ ਡਿਸਕਸ ਕਰਾਂਗੇ, ਠੀਕ ਹੈ। ਫਿਰ ਸਟਰੈਸ ਅਤੇ ਉਹਦੀਆਂ ਟਾਈਪਸ ਬਾਰੇ ਡਿਸਕਸ ਕਰਾਂਗੇ। ਫਿਰ ਸਟਰੇਨ ਅਤੇ ਉਹਦੀਆਂ ਟਾਈਪਸ ਬਾਰੇ ਡਿਸਕਸ ਕਰਾਂਗੇ, ਠੀਕ ਹੈ। ਲਾਸਟ 'ਤੇ ਅਸਾਂ ਕੀ ਕਰਨੇ ਆ, MCQ ਕਰਨੇ ਆ ਜਿਹੜੇ ਇਹਨਾਂ ਤਿੰਨਾਂ ਟੌਪਿਕਸ ਦੇ ਨਾਲ ਰਿਲੇਟਡ ਨੇ, ਸਾਡੇ ਪ੍ਰੀਵੀਅਸ ਈਅਰ ਕੁਐਸਚਨ ਦੇ ਵਿੱਚ ਪੇਪਰ ਦੇ ਵਿੱਚ ਆਏ ਹੋਏ ਨੇ, ਅਤੇ ਉਸ ਤੋਂ ਬਾਅਦ ਜਿਹੜੇ ਐਕਸਪੈਕਟਡ ਨੇ ਇਹਨਾਂ ਤੋਂ ਕੁਐਸਚਨ ਬਣ ਸਕਦੇ ਆ, ਠੀਕ ਹੈ। ਉਹ ਵੀ ਉਹਦੇ ਵਿੱਚ ਐਡ ਕਰੇ ਹੋਣਗੇ ਸਟੂਡੈਂਟਸ, ਠੀਕ ਹੈ। ਹੁਣ ਅਸੀਂ ਆਪਣੇ ਫਸਟ ਟੌਪਿਕ ਵੱਲ ਵੱਧਦੇ ਹਾਂ, ਇਲਾਸਟੀਸਿਟੀ, ਠੀਕ ਹੈ। ਸਟੂਡੈਂਟਸ, ਇਲਾਸਟੀਸਿਟੀ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਸੋਲਿਡ ਬਾਰੇ ਡਿਸਕਸ ਕਰਦੇ ਹਾਂ। ਦੇਖੋ ਕੋਈ ਵੀ ਬੋਡੀ ਲੈ ਲਓ, ਸਾਡੇ ਆਪਣੇ ਇਨਵਾਇਰਮੈਂਟ ਦੇ ਵਿੱਚ ਬੋਡੀ ਲੈ ਲਓ, ਉਹ ਤੁਸੀਂ ਸੋਚੋ ਵੀ ਕਾਹਦੇ ਤੋਂ ਬਣੀ ਹੁੰਦੀ ਆ। ਹਰੇਕ ਬੋਡੀ ਹੈ ਉਹ ਐਟਮਸ ਤੋਂ ਬਣੀ ਹੁੰਦੀ ਹੈ, ਠੀਕ ਹੈ। ਐਟਮਸ ਦੂਸਰੇ ਐਟਮਸ ਨਾਲ ਇੰਟਰਮੋਲੀਕੂਲਰ ਫੋਰਸਿਸ ਨਾਲ ਅਟੈਚ ਹੁੰਦੇ ਨੇ ਅਤੇ ਆਪਣੇ ਬੋਡੀ ਨੂੰ ਬਣਾ ਲੈਂਦੇ ਆ, ਠੀਕ ਹੈ। ਹੁਣ ਦੇਖੋ ਸਟੂਡੈਂਟਸ, ਸਾਡੇ ਕੋਲ ਆਹ ਸਟਰਕਚਰ ਆ, ਤੁਹਾਡੇ ਕੋਲ ਇੱਕ ਸਟਰਕਚਰ ਹੈ। ਇਹ ਸਟਰਕਚਰ ਦੇ ਵਿੱਚ ਕੀ ਹੋਇਆ ਸਟੂਡੈਂਟਸ, ਜੋ ਸਰਕਲ ਨਾਲ ਹੈ ਨਾ, ਇਹਨੂੰ ਸਫੀਅਰ ਵੀ ਕਹਿ ਸਕਦੇ ਹਾਂ ਅਸੀਂ, ਜੋ ਸਫੀਅਰ ਨਾਲ ਰਿਪਰਜੈਂਟੇਸ਼ਨ ਹੈ ਸਾਡੇ ਐਟਮਸ ਦੀ ਰਿਪਰਜੈਂਟੇਸ਼ਨ ਆ, ਠੀਕ ਹੈ। ਜੋ ਸਾਡਾ ਸਰਕਲ ਆ ਜਾਂ ਸਫੀਅਰ ਹੈ, ਇਹ ਸਾਡਾ ਐਟਮ ਆ, ਅਤੇ ਆਹ ਵਾਲਾ ਸਾਡਾ ਦੂਸਰਾ ਐਟਮ ਆ, ਠੀਕ ਹੈ। ਇਹ ਕਾਹਦੇ ਨਾਲ ਅਟੈਚ ਨੇ, ਇੱਕ ਸਪਰਿੰਗ ਨਾਲ ਅਟੈਚ ਨੇ। ਸਪਰਿੰਗ ਸਾਡਾ ਇੱਥੇ ਕਾਹਦਾ ਕੰਮ ਕਰੂਗਾ, ਇੰਟਰਮੋਲੀਕੂਲਰ ਫੋਰਸਿਸ ਬਿਟਵੀਨ ਦੀ ਮੋਲੀਕਿਊਲਸ ਜਾਂ ਐਟਮਸ, ਠੀਕ ਹੈ, ਉਹਦੇ 'ਤੇ ਕੰਮ ਕਰੂਗਾ, ਠੀਕ ਹੈ ਸਟੂਡੈਂਟਸ। ਅਸਾਂ ਨੇ ਇੱਕ ਪਾਰਟ ਇਹਦਾ ਜੋ ਬੋਡੀ ਆ, ਇਹ ਸਾਰੀ ਸਟਰਕਚਰ ਆ, ਕਾਹਦੀ ਹੈ ਸਟਰਕਚਰ, ਇਹ ਬੋਡੀ ਦੇ ਮੈਗਨੀਫਾਈ ਕੀਤੀ ਹੋਈ ਆ, ਇੱਦਾਂ ਮੰਨ ਸਕਦੇ ਹਾਂ ਆਪਾਂ, ਠੀਕ ਹੈ। ਉਹਦੇ ਵਿੱਚ ਇੱਕ ਪਾਰਟ ਅਸੀਂ ਦੋ ਮੋਲੀਕਿਊਲ ਜਾਂ ਦੋ ਐਟਮ ਬਾਹਰ ਕੱਢ ਲਿਆ ਜੋ ਆਪਸ ਦੇ ਵਿੱਚ ਸਪਰਿੰਗ ਨਾਲ ਅਟੈਚ ਨੇ। ਫਿਰ ਦੇਖੋ ਸਟੂਡੈਂਟਸ ਕੀ ਹੋ ਸਕਦਾ, ਫਿਰ ਅਸੀਂ ਕੀ ਕਰ ਸਕਦੇ ਹਾਂ, ਇੱਕ ਫੋਰਸ ਅਸੀਂ ਇੱਧਰੋਂ ਲਗਾ ਸਕਦੇ ਹਾਂ, ਦੂਜਾ ਬੰਦਾ ਇੱਧਰੋਂ ਫੋਰਸ ਲਗਾਏਗਾ, ਮਤਲਬ ਕਿ ਦੋ ਫੋਰਸਿਸ ਲੱਗ ਸਕਦੀਆਂ ਨੇ ਇਹਦੇ ਉੱਪਰ। ਕਿੱਧਰ ਨੂੰ ਲੱਗ ਸਕਦੀਆਂ ਨੇ, ਇਨਵਰਡ ਜਾਂ ਆਊਟਵਰਡ, ਠੀਕ ਹੈ। ਆਹ ਲਓ ਅਸੀਂ ਇਨਵਰਡ ਫੋਰਸ ਲਗਾ ਦਿੱਤੀਆਂ ਨੇ, ਇਹਨੂੰ F ਨਾਲ ਡਿਨੋਟ ਕੀਤਾ, ਠੀਕ ਹੈ। ਹੁਣ ਦੇਖੋ ਸਟੂਡੈਂਟਸ ਕੀ ਹੋਏਗਾ, ਫਿਰ ਜਦੋਂ ਅਸੀਂ ਦੋਨੋਂ ਸਾਈਡ 'ਤੇ ਫੋਰਸਿਸ ਲਗਾ ਦਿੱਤੀਆਂ ਤਾਂ ਸਾਡੀ ਕਨਫੀਗੂਰੇਸ਼ਨ ਕਿੱਦਾਂ ਦੀ ਹੋ ਜਾਣੀ ਆ, ਤਾਂ ਸਾਡੀ ਕਨਫੀਗੂਰੇਸ਼ਨ ਇੱਦਾਂ ਦੀ ਹੋ ਜਾਣੀ ਆ। ਆਹ ਵਾਲਾ ਆਈਟਮ ਆ ਜਿਹੜਾ ਇੱਥੇ ਡਿਸਪਲੇਸ ਹੋ ਜੂ, ਆਹ ਵਾਲਾ ਆਈਟਮ ਆ ਜਿਹੜਾ ਉਹ ਇੱਥੇ ਡਿਸਪਲੇਸ ਹੋ ਜੂ, ਅਤੇ ਸਪਰਿੰਗ ਸਾਡਾ ਕੰਪਰੈਸ ਹੋ ਜਾਏਗਾ, ਠੀਕ ਹੈ। ਇਹ ਸਾਡੀ ਫਸਟ ਸਟੇਟ ਤੋਂ ਸੈਕਿੰਡ ਸਟੇਟ ਦੇ ਵਿੱਚ ਆ ਗਏ ਆ ਆਫਟਰ ਦੀ ਐਪਲੀਕੇਸ਼ਨ ਆਫ ਫੋਰਸ, ਠੀਕ ਹੈ। ਅਸੀਂ ਫੋਰਸ ਐਪਲੀਕੇਸ਼ਨ ਅਪਲਾਈ ਕਰੀ ਹੈ, ਠੀਕ ਹੈ। ਹੁਣ ਦੇਖੋ ਸਟੂਡੈਂਟਸ, ਇਹ ਵਾਲੀ ਫਸਟ ਕਨਫੀਗੂਰੇਸ਼ਨ ਸੀ, ਇਹ ਵਾਲੀ ਸੈਕਿੰਡ ਕਨਫੀਗੂਰੇਸ਼ਨ ਆ। ਜਦੋਂ ਅਸੀਂ ਫਸਟ ਕਨਫੀਗੂਰੇਸ਼ਨ 'ਤੇ ਫੋਰਸ ਅਪਲਾਈ ਕਰੀ ਤਾਂ ਉਹਦੀ ਸ਼ੇਪ ਕੀ ਹੋ ਗਈ, ਡੀਫਾਰਮ ਹੋ ਗਈ, ਚੇਂਜ ਹੋ ਗਈ, ਠੀਕ ਹੈ। ਪਹਿਲਾਂ ਵਾਲੀ ਸ਼ੇਪ ਨਾਲੋਂ ਚੇਂਜ ਹੋ ਗਈ ਹੈ, ਠੀਕ ਹੈ। ਅਤੇ ਇੱਦਾਂ ਕਹਿ ਸਕਦੇ ਹਾਂ ਅਸੀਂ, ਜਿਹੜੀ ਸ਼ੇਪ ਆ ਉਹ ਡੀਫਾਰਮ ਹੋ ਗਈ ਆ, ਅਤੇ ਜਿਹੜੀ ਫੋਰਸ ਸ਼ੇਪ ਨੂੰ ਡੀਫਾਰਮ ਕਰ ਰਹੀ ਆ, ਉਹ ਫੋਰਸ ਨੂੰ ਅਸੀਂ ਕੀ ਕਹਾਂਗੇ, ਡੀਫਾਰਮਿੰਗ ਫੋਰਸ, ਡੀਫਾਰਮਿੰਗ ਫੋਰਸ, ਜਿਹੜੀ ਅਸੀਂ ਬਾਹਰੋਂ ਅਪਲਾਈ ਕਰੀ ਹੋਈ ਆ, ਠੀਕ ਹੈ ਸਟੂਡੈਂਟਸ। ਹੁਣ ਦੇਖੋ ਕੀ ਹੋਇਆ, ਜਿੱਦਾਂ ਅਸੀਂ ਇਹਨੂੰ ਬਾਹਰੋਂ ਪ੍ਰੈਸ ਕਰੀ ਜਾਂਦੇ ਹਾਂ, ਉੱਦਾਂ ਇੱਕ ਇਹਦੇ ਵਿੱਚ ਫੋਰਸ ਰੀਸਟੋਰ ਹੋਈ ਜਾਂਦੀ ਆ। ਜਿੱਦਾਂ ਅਸੀਂ ਇਹਨੂੰ ਬੋਡੀ ਨੂੰ ਪ੍ਰੈਸ ਕਰੀ ਜਾਂਦੇ ਹਾਂ, ਉੱਦਾਂ ਇੱਕ ਸਪਰਿੰਗ ਦੇ ਵਿੱਚ ਫੋਰਸ ਸਟੋਰ ਹੋਈ ਜਾਂਦੀ ਹੈ, ਉਹਨੂੰ ਅਸੀਂ ਕੀ ਕਹਾਂਗੇ, ਰੀਸਟੋਰਿੰਗ ਫੋਰਸ, ਠੀਕ ਹੈ। ਉਹ ਕਿਸ ਡਾਇਰੈਕਸ਼ਨ ਬੰਨੀ ਹੋਊਗੀ, ਉਹ ਬਾਹਰ ਬੰਨੀ ਨੂੰ ਹੋਊਗੀ, ਠੀਕ ਹੈ। ਜਿਹੜੀ ਅਸੀਂ ਬਾਹਰੋਂ ਫੋਰਸ ਲਗਾ ਰਹੇ ਹਾਂ, ਸਪਰਿੰਗ ਉਹਦੇ ਓਪੋਜਿਟ ਫੋਰਸ ਲਗਾ ਰਿਹਾ, ਠੀਕ ਹੈ। ਇਹਨੂੰ ਅਸੀਂ ਰੀਸਟੋਰਿੰਗ ਫੋਰਸ ਕਰਾਂਗੇ, FR ਨਾਲ ਡਿਨੋਟ ਕਰ ਦਾਂਗੇ, ਇਹਨੂੰ FD ਨਾਲ ਡਿਨੋਟ ਕਰ ਦਿਆਂਗੇ, ਠੀਕ ਹੈ ਸਟੂਡੈਂਟਸ। ਇਹਦੇ ਵਿੱਚ ਇੱਕ ਗੱਲ ਹੋਰ ਧਿਆਨ ਰੱਖਣੀ ਹੋਊਗਾ, ਜਿਹੜੇ ਡੀਫਾਰਮਿੰਗ ਫੋਰਸ ਅਤੇ ਰੀਸਟੋਰਿੰਗ ਫੋਰਸ ਇਕੁਅਲ ਹੁੰਦੀਆਂ ਨੇ, ਇਕੁਅਲ ਐਂਡ ਓਪੋਜਿਟ ਹੁੰਦੀਆਂ ਨੇ, ਠੀਕ ਹੈ। ਮੈਗਨੀਟਿਊਡ ਇਕੁਅਲ, ਡਾਇਰੈਕਸ਼ਨ ਓਪੋਜਿਟ ਹੁੰਦੀ ਹੈ, ਠੀਕ ਹੈ ਸਟੂਡੈਂਟਸ। ਹੁਣ ਦੇਖੋ ਸਟੂਡੈਂਟਸ, ਪਹਿਲਾਂ ਅਸੀਂ ਫੋਰਸ ਅਪਲਾਈ ਕਰੀ ਤੀ, ਇਸ ਸ਼ੇਪ ਦੇ ਵਿੱਚ ਆ ਗਏ। ਜਦੋਂ ਅਸੀਂ ਫੋਰਸਿਸ ਨੇ ਜਿਹੜੀਆਂ ਅਪਲਾਈ ਕਰੀਆਂ ਤੇ ਡੀਫਾਰਮਿੰਗ ਫੋਰਸਿਸ ਨੇ ਉਹ ਹਟਾ ਦਿੱਤੀਆਂ, ਫਿਰ ਕੀ ਹੋਊਗਾ, ਫਿਰ ਸਾਡਾ ਸਪਰਿੰਗ ਸੀ ਰੀਸਟੋਰਿੰਗ ਫੋਰਸ ਦੇ ਕਾਰਨ ਪਹਿਲਾਂ ਵਾਲੀ ਸਟੇਟ 1 ਦੇ ਵਿੱਚ ਚਲਾ ਜਾਏਗਾ। ਇਹ ਸਾਡੀ ਫਸਟ ਸਟੇਟ ਆ, ਇਹ ਵਾਲੀ ਸੈਕਿੰਡ ਸਟੇਟ ਆ। ਫੋਰਸ ਜਿਹੜੀ ਡੀਫਾਰਮਿੰਗ ਫੋਰਸ ਹਟਾਉਣ ਤੋਂ ਬਾਅਦ, ਠੀਕ ਹੈ, ਸਾਡਾ ਸਿਸਟਮ ਹੈ ਜੋ ਪਹਿਲੀ ਸਟੇਟ ਦੇ ਵਿੱਚ ਚਲਾ ਜਾਏਗਾ, ਠੀਕ ਹੈ। ਹੁਣ ਇਹ ਗੱਲ ਤੁਸੀਂ ਨੇ ਯਾਦ ਰੱਖਣੀ ਆ। ਦੂਜੀ ਗੱਲ ਦੇਖੋ, ਹੁਣ ਫਿਰ ਥਰਡ ਵਾਲੀ ਸਟੇਟ ਬੰਨੀ ਜਾਂਦੇ ਹਾਂ ਅਸੀਂ। ਇੱਕ ਫੋਰਸ ਹੋਰ ਕਿੱਦਾਂ ਲੱਗ ਸਕਦੀ ਆ, ਹੋਰ ਫੋਰਸ ਸਾਡੀ ਇੱਦਾਂ ਲੱਗ ਸਕਦੀ ਹੈ ਬਾਹਰ ਨੂੰ, ਅਸੀਂ ਇਹਨੂੰ ਖਿੱਚਣ ਲੱਗ ਜਾਈਏ। ਅਗਰ ਇਹਨੂੰ ਅਸੀਂ ਦੋਨਾਂ ਪਾਸਿਆਂ ਤੋਂ ਖਿੱਚਣ ਲੱਗ ਜਾਈਏ, ਫਿਰ ਕੀ ਹੋਏਗਾ ਸਟੂਡੈਂਟਸ, ਸਾਡੀ ਕਨਫੀਗੂਰੇਸ਼ਨ ਚੇਂਜ ਹੋ ਜਾਣੀ ਹੈ ਇੱਦਾਂ ਦੀ, ਠੀਕ ਹੈ। ਇੱਦਾਂ ਚੇਂਜ ਹੋ ਜਾਣੀ ਹੈ ਕਨਫੀਗੂਰੇਸ਼ਨ। ਉਹੀਓ ਸੇਮ ਪਹਿਲਾਂ ਵਾਲਾ ਕੇਸ, ਜਿਹੜੀ ਅਸੀਂ ਬਾਹਰ ਨੂੰ ਫੋਰਸ ਲਗਾ ਰਹੇ ਹਾਂ ਇੱਥੋਂ ਇੱਧਰ ਨੂੰ, ਹੈ ਨਾ, ਇਹ FD ਹੈ, ਡੀਫਾਰਮਿੰਗ ਫੋਰਸ ਆ, ਠੀਕ ਹੈ।
ਤੇ ਇੱਕ ਸਪਰਿੰਗ ਦੇ ਵਿੱਚ ਫੋਰਸ ਸਟੋਰ ਹੋ ਰਹੀ ਹੈ, ਉਹ ਕਿਹੜੀ ਫੋਰਸ ਆ ਸਾਡੀ? ਉਹ ਫੋਰਸ ਹੈਗੀ ਆਪਣੀ ਰੀਸਟੋਰਿੰਗ ਫੋਰਸ। ਸਟੂਡੈਂਟਸ ਜਿਹੜੀ ਸੈਕਿੰਡ ਕੇਸ ਦੇ ਵਿੱਚ ਡੀਫਾਰਮਿੰਗ ਫੋਰਸ ਆ ਉਹ ਬਾਹਰ ਨੂੰ ਲੱਗ ਰਹੀ ਹੈ, ਜਿਹੜੀ ਰੀਸਟੋਰਿੰਗ ਫੋਰਸ ਆ ਉਹ ਇਨਵਰਡ ਲੱਗੇਗੀ। ਠੀਕ ਹੈ, ਜਦੋਂ ਅਸੀਂ ਡੀਫਾਰਮਿੰਗ ਫੋਰਸ ਆਹ ਵਾਲੇ ਸਟੇਟ ਤੋਂ ਥਰਡ ਵਾਲੀ ਸਟੇਟ ਤੋਂ ਹਟਾ ਦਾਂਗੇ, ਫਿਰ ਸਾਡਾ ਸਿਸਟਮ ਕਿੱਥੇ ਚਲਾ ਜਾਊਗਾ? ਫਿਰ ਸਾਡਾ ਸਿਸਟਮ ਪਹਿਲੀ ਸਟੇਟ ਦੇ ਵਿੱਚ ਚਲਾ ਜਾਏਗਾ। ਠੀਕ ਹੈ, ਇੱਥੋਂ ਵੀ ਸਾਡਾ ਸਿਸਟਮ ਸੈਕਿੰਡ ਵਾਲੀ ਚੋਂ ਵੀ ਪਹਿਲੀ ਸਟੇਟ ਦੇ ਵਿੱਚ ਚਲਾ ਜਾਏਗਾ ਜਦੋਂ ਅਸੀਂ ਫੋਰਸ ਬਾਡੀ ਤੋਂ ਹਟਾਉਂਦੇ ਹਾਂ। ਠੀਕ ਹੈ, ਜਦੋਂ ਅਸੀਂ ਬਾਡੀ 'ਤੇ ਫੋਰਸ ਲਗਾਉਂਦੇ ਹਾਂ, ਹੁਣ ਫੋਰਸ 'ਤੇ ਡਿਪੈਂਡ ਕਰਦਾ, ਅਸੀਂ ਇਨਵਰਡ ਲਗਾ ਰਹੇ ਹਾਂ ਤਾਂ ਸੈਕਿੰਡ ਸਟੇਟ ਆਊਗੀ, ਜਦੋਂ ਅਸੀਂ ਆਊਟਵਰਡ ਲਗਾ ਰਹੇ ਹਾਂ ਤਾਂ ਥਰਡ ਵਾਲੀ ਸਟੇਟ ਆਊਗੀ। ਠੀਕ ਹੈ, ਜਦੋਂ ਅਸੀਂ ਫੋਰਸ ਹਟਾ ਰਹੇ ਹਾਂ ਤੇ ਦੋਨਾਂ ਸਟੇਟਸ ਦੇ ਵਿੱਚੋਂ ਇਹ ਫਸਟ ਸਟੇਟ ਦੇ ਵਿੱਚ ਚਲਾ ਜਾਂਦਾ। ਠੀਕ ਹੈ, ਹੁਣ ਦੇਖੋ ਜਿਹੜੀ ਪ੍ਰੋਪਰਟੀ ਕਾਰਨ ਸਟੂਡੈਂਟਸ ਸਿਸਟਮ ਸੈਕਿੰਡ ਤੇ ਥਰਡ ਸਟੇਟ ਦੇ ਵਿੱਚੋਂ ਫੋਰਸ ਹਟਾਉਣ 'ਤੇ ਪਹਿਲੀ ਸਟੇਟ ਦੇ ਵਿੱਚ ਚਲਾ ਜਾਂਦਾ, ਉਹੀ ਉਹ ਪ੍ਰੋਪਰਟੀ ਨੂੰ ਅਸੀਂ ਕੀ ਕਹਿੰਦੇ ਹਾਂ? ਇਲਾਸਟਿਸਿਟੀ ਕਹਿੰਦੇ ਹਾਂ। ਠੀਕ ਹੈ, ਇਲਾਸਟਿਸਿਟੀ। ਹੁਣ ਦੇਖੋ ਸਟੂਡੈਂਟਸ, ਅਸੀਂ ਇਹਨੂੰ ਇਹੋ ਜੋ ਤੁਹਾਨੂੰ ਮੈंने ਪੰਜਾਬੀ ਦੇ ਵਿੱਚ ਸਮਝਾਇਆ, ਇਹਨੂੰ ਅਸੀਂ ਵਰਡਿੰਗ ਦੇ ਵਿੱਚ ਲਿਖਦੇ ਹਾਂ। ਠੀਕ ਹੈ, ਦੀ ਪ੍ਰੋਪਰਟੀ by virtue of which system या body system or body regains its original shape, original shape और configuration भी कह सकते हैं, configuration after कदों? after removing the deforming force ਡੀਫਾਰਮਿੰਗ ਫੋਰਸ ਅਪਲਾਈ ਕਰਨ 'ਤੇ ਸਾਡੀ ਬਾਡੀ ਦੀ ਸ਼ੇਪ ਸੈਕਿੰਡ ਸਟੇਟ ਤੇ ਥਰਡ ਸਟੇਟ ਦੇ ਵਿੱਚ ਆ ਗਈ ਸੀ, ਤੇ ਜਦੋਂ ਡੀਫਾਰਮਿੰਗ ਫੋਰਸ ਨੂੰ ਅਸੀਂ ਰਿਮੂਵ ਕਰਿਆ ਤਾਂ ਬਾਡੀ ਹੈ ਜੋ ਸੈਕਿੰਡ ਸਟੇਟ ਤੋਂ ਵੀ ਫਸਟ ਸਟੇਟ ਤੇ ਥਰਡ ਸਟੇਟ ਤੋਂ ਵੀ ਫਸਟ ਸਟੇਟ ਤੇ। ਇਹ ਪ੍ਰੋਪਰਟੀ, ਜਿਹੜੀ ਪ੍ਰੋਪਰਟੀ ਕਾਰਨ ਬਾਡੀ ਸੈਕਿੰਡ ਤੇ ਥਰਡ ਸਟੇਟ ਦੇ ਵਿੱਚੋਂ ਫਸਟ ਸਟੇਟ ਦੇ ਵਿੱਚ ਜਾ ਰਹੀ ਆ, ਉਹੀ ਉਹ ਪ੍ਰੋਪਰਟੀ ਨੂੰ ਅਸੀਂ ਕੀ ਕਹਿੰਦੇ ਆ? ਇਲਾਸਟਿਸਿਟੀ ਕਹਿੰਦੇ ਆ। ਠੀਕ ਹੈ ਸਟੂਡੈਂਟਸ, ਹੁਣ ਉਸ ਤੋਂ ਬਾਅਦ ਕੁਝ ਇਹਦੇ ਵਿੱਚ ਹੋਰ ਡੈਫੀਨੇਸ਼ਨਸ ਨੇ। ਪਰਫੈਕਟਲੀ ਇਲਾਸਟਿਕ ਬਾਡੀਜ਼ ਉਹ ਬਾਡੀਜ਼ ਹੁੰਦੀਆਂ ਨੇ ਜਿਹੜੀਆਂ ਬਾਡੀਜ਼ ਇਹੋ ਡੈਫੀਨੇਸ਼ਨ ਤੋਂ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਆ, ਡੀਫਾਰਮਿੰਗ ਫੋਰਸ ਹਟਾਉਣ ਤੋਂ ਬਾਅਦ ਐਗਜ਼ੈਕਟ ਆਪਣੀ ਓਰੀਜਨਲ ਕਨਫੀਗਰੇਸ਼ਨ ਦੇ ਵਿੱਚ ਚਲੀਆਂ ਜਾਣ, ਉਹਨਾਂ ਨੂੰ ਅਸੀਂ ਪਰਫੈਕਟਲੀ ਇਲਾਸਟਿਕ ਬਾਡੀਜ਼ ਕਹਿੰਦੇ ਆ। ਸਟੂਡੈਂਟਸ, ਇੱਦਾਂ ਦੀਆਂ ਬਾਡੀਜ਼ ਆਪਣੇ ਐਗਜ਼ਿਸਟ ਨਹੀਂ ਕਰਦੀਆਂ। ਠੀਕ ਹੈ, ਕਿਉਂਕਿ ਅਗਰ ਅਸੀਂ ਕਿਸੇ ਬਾਡੀ ਦੇ ਉੱਪਰ ਫੋਰਸ ਅਪਲਾਈ ਕਰਦੇ ਹਾਂ ਤਾਂ ਉਹਦੇ ਵਿੱਚ ਉਹਦੀ ਸ਼ੇਪ ਦੇ ਵਿੱਚ ਉਹ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਤਾਂ ਚਲੀ ਜਾਂਦੀ ਹੈ, ਬਟ ਉਹਦਾ ਥੋੜ੍ਹਾ ਜਿਹਾ ਡਿਫਰੈਂਸ ਹੁੰਦਾ ਓਰੀਜਨਲ ਸ਼ੇਪ ਨਾਲੋਂ। ਠੀਕ ਹੈ, ਕੋਈ ਸਪਰਿੰਗ ਹੈ, ਅਸੀਂ ਜੇ ਸਪਰਿੰਗ ਨੂੰ ਜ਼ਿਆਦਾ ਖਿੱਚ ਦਿਆਂਗੇ, ਠੀਕ ਹੈ, ਉਹ ਵਾਪਸ ਤਾਂ ਚਲਾ ਜਾਏਗਾ, ਬਟ ਜਿਹੜੀ ਓਰੀਜਨਲ ਸ਼ੇਪ ਆ ਉਹਦੇ ਨਾਲੋਂ ਥੋੜ੍ਹਾ ਜਿਹਾ ਲਾਰਜਰ ਰਹਿ ਜਾਊਗਾ ਅਗਰ ਅਸੀਂ ਬਰੀਕੀ ਦੇ ਵਿੱਚ ਜਾਵਾਂਗੇ। ਠੀਕ ਹੈ, ਉੱਦਾਂ ਹੀ ਜਿਹੜੀਆਂ ਪਰਫੈਕਟਲੀ ਇਲਾਸਟਿਕ ਬਾਡੀਜ਼ ਉਹ ਬਾਡੀਜ਼ ਹੋਣਗੀਆਂ ਵੀ ਸੇਮ ਟੂ ਸੇਮ ਆਪਣੇ ਓਰੀਜਨਲ ਸ਼ੇਪ ਦੇ ਵਿੱਚ ਚਲੀਆਂ ਜਾਣ। ਠੀਕ ਹੈ, ਬਟ ਇੱਦਾਂ ਦੀਆਂ ਬਾਡੀਜ਼ ਸਟੂਡੈਂਟਸ ਐਗਜ਼ਿਸਟ ਨਹੀਂ ਕਰਦੀਆਂ। ਤੇ ਅਸੀਂ ਮੰਨ ਸਕਦੇ ਹਾਂ ਇੱਕ ਜਿਹੜੀ ਕੁਆਰਟਜ਼ ਫਾਈਬਰ ਹੈ ਨਾ, ਕੁਆਰਟਜ਼ ਫਾਈਬਰ ਇਲਾਸਟਿਕ ਪਰਫੈਕਟਲੀ ਇਲਾਸਟਿਕ ਬਾਡੀ ਦੇ ਵਿੱਚ ਕੀ ਆਉਂਦਾ? ਕੁਆਰਟਜ਼ ਫਾਈਬਰ। ਠੀਕ ਹੈ, ਇਹ ਨੀਅਰਲੀ ਪਰਫੈਕਟਲੀ ਇਲਾਸਟਿਕ ਆ, ਇਹਦੇ ਸਾਈਜ਼ ਦੇ ਵਿੱਚ ਬੜੀ ਥੋੜ੍ਹੀ ਚੇਂਜ ਆਉਂਦੀ ਹੈ। ਠੀਕ ਹੈ, ਇੱਦਾਂ ਮੰਨ ਸਕਦੇ ਹਾਂ ਵੀ ਇਕੁਅਲ ਹੀ ਹੁੰਦਾ, ਓਰੀਜਨਲ ਕਨਫੀਗਰੇਸ਼ਨ ਦੇ ਸੇਮ ਹੀ ਹੁੰਦੀ ਆ। ਠੀਕ ਹੈ, ਉਸ ਤੋਂ ਬਾਅਦ ਸਟੂਡੈਂਟਸ ਅਸੀਂ ਗੱਲ ਕਰਦੇ ਹਾਂ ਪਰਫੈਕਟਲੀ ਪਲਾਸਟਿਕ ਬਾਡੀਜ਼। ਇਹ ਸਾਡੀ ਪਰਫੈਕਟਲੀ ਇਲਾਸਟਿਕ ਬਾਡੀਜ਼ ਹੋ ਗਈਆਂ। ਇੱਕ ਸਾਡੀ ਹੋਰ ਡੈਫੀਨੇਸ਼ਨ ਹੈ, ਇਹ ਬੇਸਿਕ ਕੰਸੈਪਟ ਨੇ ਸਟੂਡੈਂਟਸ, ਇਹ ਆਪਣੇ ਵੈਸੇ ਸਿਲੇਬਸ ਦੇ ਵਿੱਚ ਮੈਂਸ਼ਨ ਤਾਂ ਨਹੀਂ ਹੈਗੇ, ਬਟ ਅੱਗੇ ਜਿੱਦਾਂ ਅਸੀਂ ਸਿਲੇਬਸ ਕਰਾਂਗੇ ਉਹਦੇ ਲਈ ਇਹ ਬੇਸਿਕ ਕੰਸੈਪਟ ਯੂਜ਼ ਹੁੰਦੇ ਨੇ, ਇਹ ਤੁਹਾਨੂੰ ਆਉਣੇ ਹੀ ਜ਼ਰੂਰੀ ਨੇ। ਠੀਕ ਹੈ, ਪਰਫੈਕਟਲੀ ਪਲਾਸਟਿਕ ਬਾਡੀਜ਼, ਪਰਫੈਕਟਲੀ ਪਲਾਸਟਿਕ ਬਾਡੀਜ਼, ਇਹ ਉਹ ਬਾਡੀਜ਼ ਹੁੰਦੀਆਂ ਨੇ ਸਟੂਡੈਂਟਸ ਪਰਫੈਕਟਲੀ ਇਲਾਸਟਿਕ ਬਾਡੀਜ਼ ਤੋਂ ਬਿਲਕੁਲ ਉਲਟ ਆਪੋਜ਼ਿਟ। ਠੀਕ ਹੈ, ਉਹ ਬਾਡੀਜ਼ ਜਦੋਂ ਅਸੀਂ ਬਾਡੀ 'ਤੇ ਆਪਣੇ ਫੋਰਸ ਅਪਲਾਈ ਕਰ ਦਿੱਤੀ, ਠੀਕ ਹੈ, ਮੰਨ ਲਓ ਮਾਰਕਰ ਹੀ ਹੈ, ਮਾਰਕਰ ਨੂੰ ਮੈਨੇ ਕਿਸੇ ਤਰੀਕੇ ਨਾਲ ਇਹਨੂੰ ਖਿੱਚ ਲਿਆ ਬਾਹਰ। ਠੀਕ ਹੈ, ਖਿੱਚਣ ਤੋਂ ਬਾਅਦ ਇਹ ਇੱਥੇ ਤੱਕ ਐਕਸਟੈਂਡ ਹੋ ਗਿਆ। ਉਸ ਤੋਂ ਬਾਅਦ ਜਦੋਂ ਮੈਨੇ ਇਹਨੂੰ ਫੋਰਸ
ਹਟਾਈ ਇਹਦੇ ਤੋਂ ਰਿਮੂਵ ਕਰੀ ਤਾਂ ਜਿਹੜੀ ਜਿੰਨੀ ਐਕਸਟੈਂਸ਼ਨ ਹੋਈ ਤੀ ਉਹ ਉੱਥੇ ਹੀ ਰਹੇ, ਠੀਕ ਹੈ। ਉਨੀ ਹੀ ਮੰਨ ਲਓ ਇਹਦੀ 10 ਸੈਂਟੀਮੀਟਰ ਲੈਂਥ ਆ, ਹੈ ਨਾ। ਉਸ ਤੋਂ ਬਾਅਦ ਮੈंने ਇਹਨੂੰ ਐਕਸਟੈਂਡ ਕਰ ਦਿੱਤਾ, ਫਿਰ ਉਹ 15 ਸੈਂਟੀਮੀਟਰ ਲੈਂਥ ਹੋ ਗਈ। ਉਸ ਤੋਂ ਬਾਅਦ ਜਦੋਂ ਮੈंने ਇਹ ਰਿਮੂਵ ਕਰੀ ਫੋਰਸ ਤਾਂ ਇਹਦੀ ਲੈਂਥ ਆ ਨਾ ਉਹ 15 ਸੈਂਟੀਮੀਟਰ ਹੀ ਰਹੇ। ਇੱਦਾਂ ਦੀਆਂ ਬੋਡੀਜ਼ ਨੂੰ ਅਸੀਂ ਆਪਣੀ ਪਰਫੈਕਟਲੀ ਪਲਾਸਟਿਕ ਬੋਡੀਜ਼ ਕਹਿੰਦੇ ਹਾਂ, ਜਿਹੜੀਆਂ ਬੋਡੀਜ਼ ਜਿਹੜੀ ਸ਼ੇਪ ਦੇ ਵਿੱਚ ਚਲੀਆਂ ਜਾਣ ਆਫਟਰ ਦੀ ਐਪਲੀਕੇਸ਼ਨ ਆਫ ਦੀ ਫੋਰਸ ਐਂਡ ਆਫਟਰ ਰਿਮੂਵਿੰਗ ਦੀ ਫੋਰਸ, ਫਿਰ ਕੀ ਹੁੰਦਾ ਉਹੀਓ ਸ਼ੇਪ ਦੇ ਵਿੱਚ ਖੜ ਜਾਣ, ਉਹਨਾਂ ਨੂੰ ਅਸੀਂ ਪਰਫੈਕਟਲੀ ਪਲਾਸਟਿਕ ਬੋਡੀਜ਼ ਕਹਿ ਸਕਦੇ ਹਾਂ, ਠੀਕ ਹੈ ਸਟੂਡੈਂਟਸ। ਬਟ ਇੱਦਾਂ ਦੀਆਂ ਬੋਡੀਜ਼ ਵੀ ਐਗਜ਼ਿਸਟ ਨਹੀਂ ਕਰਦੀਆਂ, ਠੀਕ ਹੈ। ਇਹਦੀ ਐਗਜ਼ਾਮਪਲ ਕਿੱਦਾਂ ਦੀ ਹੋ ਸਕਦੀ ਹੈ, ਜਿਹੜੇ ਨੀਅਰਲੀ ਪਰਫੈਕਟਲੀ ਪਲਾਸਟਿਕ ਬੋਡੀਜ਼ ਨੇ ਆਪਾਂ ਵੈਟ ਸੋਇਲ ਜਾਂ ਵੈਟ ਕਲੇ ਕਹਿ ਸਕਦੇ ਹਾਂ, ਹੈ ਨਾ, ਵੈਟ ਕਲੇ, ਠੀਕ ਹੈ, ਗਿੱਲੀ ਮਿੱਟੀ ਪਰਫੈਕਟਲੀ ਆਪਾਂ ਪਲਾਸਟਿਕ ਬੋਡੀਜ਼ ਦੇ ਵਿੱਚ ਗਿਣ ਸਕਦੇ ਹਾਂ, ਕਿਉਂਕਿ ਉਹਦੀ ਸ਼ੇਪ ਹੈ ਬਹੁਤ ਥੋੜ੍ਹੀ ਚੇਂਜ ਹੁੰਦੀ ਹੈ ਜਦੋਂ ਅਸੀਂ ਅਪਲਾਈ ਕਰ ਦਿੱਤੀ ਫੋਰਸ ਅਤੇ ਉਹ ਕੋਈ ਡੀਫਾਰਮ ਹੋ ਗਈ ਉਹਦੀ ਸ਼ੇਪ, ਅਤੇ ਉੱਥੋਂ ਜਦੋਂ ਫੋਰਸ ਆਪਾਂ ਰਿਮੂਵ ਕਰਾਂਗੇ ਤਾਂ ਬਹੁਤ ਥੋੜ੍ਹੀ ਜਿਹੀ ਆਪਣੇ ਪਹਿਲਾਂ ਵਾਲੀ ਸ਼ੇਪ ਬਣੀ ਨੂੰ ਜਾਊਗੀ, ਉੱਥੇ ਹੀ ਖੜ ਜਾਣੀ ਹੈ, ਠੀਕ ਹੈ ਸਟੂਡੈਂਟਸ। ਹੁਣ ਉਸ ਤੋਂ ਬਾਅਦ ਵੇਖਦੇ ਹਾਂ ਅਸੀਂ ਆਪਣੇ ਸਟਰੈਸ ਬੰਨੀ ਵੱਧਦੇ ਹਾਂ ਸਟੂਡੈਂਟਸ। ਸਾਡਾ ਨੈਕਸਟ ਟੌਪਿਕ ਹੈਗਾ ਸਟਰੈਸ, ਠੀਕ ਹੈ। ਦੇਖੋ ਸਟੂਡੈਂਟਸ, ਅਸੀਂ ਆਈਓ ਵਾਲੀ ਫਿਗਰ ਤੇ ਚੱਲਦੇ ਹਾਂ, ਫਸਟ ਵਾਲੇ ਕੇਸ ਤੇ ਚੱਲਦੇ ਹਾਂ। ਸਾਡਾ ਫਸਟ ਕਨਫੀਗਰੇਸ਼ਨ ਕੀ ਆ ਸਟੂਡੈਂਟਸ, ਦੋ ਸਾਡੇ ਐਟਮ ਨੇ ਉਹ ਸਪਰਿੰਗ ਨਾਲ ਅਟੈਚ ਨੇ, ਜੋ ਸਪਰਿੰਗ ਸਾਡਾ ਕਾਹਦਾ ਕੰਮ ਕਰਦਾ, ਇੰਟਰਮੋਲੀਕੂਲਰ ਫੋਰਸਿਸ ਦਾ ਕੰਮ ਕਰਦਾ, ਠੀਕ ਹੈ। ਜਦੋਂ ਅਸੀਂ ਇਹਨਾਂ ਦੇ ਉੱਪਰ ਫੋਰਸ ਅਪਲਾਈ ਕਰੀ ਆ, ਅਸੀਂ ਇਹਨੂੰ ਬਾਹਰ ਨੂੰ ਐਕਸਟੈਂਡ ਕਰਿਆ ਜਾਂ ਇਹਨੂੰ ਅੰਦਰ ਨੂੰ ਪ੍ਰੈਸ ਕਰਿਆ, ਠੀਕ ਹੈ, ਤਾਂ ਕੀ ਹੁੰਦਾ ਸਟੂਡੈਂਟਸ, ਸਪਰਿੰਗ ਦੇ ਵਿੱਚ ਇੱਕ ਰੀਸਟੋਰਿੰਗ ਫੋਰਸ ਆ ਜੋ ਡਿਵੈਲਪ ਹੋ ਜਾਂਦੀ ਹੈ, ਠੀਕ ਹੈ। ਉਹ ਰੀਸਟੋਰਿੰਗ ਫੋਰਸ, ਜਿਹੜੀ ਰੀਸਟੋਰਿੰਗ ਫੋਰਸ ਪਰ ਯੂਨਿਟ ਏਰੀਆ, ਇਹਦਾ ਕੁਝ ਏਰੀਆ ਹੋਏਗਾ ਸਪਰਿੰਗ ਦਾ ਜਾਂ, ਠੀਕ ਹੈ ਸਟੂਡੈਂਟਸ, ਬਾਡੀ ਦੇ ਵਿੱਚ ਰੀਸਟੋਰਿੰਗ ਫੋਰਸ ਡਿਵੈਲਪਡ ਪਰ ਯੂਨਿਟ ਏਰੀਆ ਇਜ਼ ਨੋਨ ਐਜ਼ ਸਟਰੈਸ, ਠੀਕ ਹੈ। ਇੱਦਾਂ ਅਸੀਂ ਕਹਿ ਸਕਦੇ ਹਾਂ। ਅਸੀਂ ਡੈਫੀਨੇਸ਼ਨ ਕਿੱਦਾਂ ਲਿਖਾਂਗੇ, ਦੀ ਰੀਸਟੋਰਿੰਗ ਫੋਰਸ ਪਰ ਯੂਨਿਟ ਏਰੀਆ of body is called stress, ਠੀਕ ਹੈ ਸਟੂਡੈਂਟਸ। ਅਸੀਂ ਇਹਨੂੰ ਮੈਥਮੈਟਿਕਲੀ ਕਿੱਦਾਂ ਲਿਖ ਸਕਦੇ ਹਾਂ, ਇਹਨੂੰ ਐਸ ਨਾਲ ਡਿਨੋਟ ਕਰਦੇ ਹਾਂ। ਸਟਰੈਸ ਇਜ਼ ਇਕੁਅਲ ਟੂ ਫੋਰਸ, ਰੀਸਟੋਰਿੰਗ ਫੋਰਸ, ਠੀਕ ਹੈ, ਰੀਸਟੋਰਿੰਗ ਫੋਰਸ ਡਿਵਾਈਡਡ ਬਾਈ ਏਰੀਆ। ਹੁਣ ਸਟੂਡੈਂਟਸ ਇੱਥੇ ਦੇਖੋ, ਤੁਹਾਨੂੰ ਇਹਨੇ ਹੋਰ ਗੱਲ ਦੱਸੀ ਸੀ, ਜਿੰਨੀ ਸਾਡੀ ਡੀਫਾਰਮਿੰਗ ਫੋਰਸ ਅਪਲਾਈ ਹੋਊਗੀ ਅਤੇ ਉਨੀ ਹੀ ਸਾਡੇ ਰੀਸਟੋਰਿੰਗ ਫੋਰਸ ਆ ਉਹਦੇ ਵਿੱਚ ਡਿਵੈਲਪ ਹੋ ਜਾਣੀ ਆ। ਤੁਹਾਨੂੰ ਦੱਸਿਆ ਸੀ ਡੀਫਾਰਮਿੰਗ ਫੋਰਸ ਅਤੇ ਰੀਸਟੋਰਿੰਗ ਫੋਰਸ ਇਕੁਅਲ ਐਂਡ ਆਪੋਜ਼ਿਟ ਫੋਰਸਿਸ ਨੇ, ਮਤਲਬ ਮੈਗਨੀਟਿਊਡ ਇਕੁਅਲ ਹੁੰਦਾ। ਇਸ ਕਰਕੇ ਅਸੀਂ ਕੀ ਕਹਿ ਸਕਦੇ ਹਾਂ, ਇੱਥੇ ਰੀਸਟੋਰਿੰਗ ਫੋਰਸ ਹੋ ਗਈ ਔਰ ਡੀਫਾਰਮਿੰਗ ਫੋਰਸ, ਚਾਹੇ ਤਾਂ ਡੀਫਾਰਮਿੰਗ ਫੋਰਸ ਲੈ ਲਓ ਚਾਹੇ ਰੀਸਟੋਰਿੰਗ ਫੋਰਸ ਲੈ ਲਓ, ਡਿਵਾਈਡਡ ਬਾਈ ਏਰੀਆ ਕਰ ਦਿਓ, ਟੋਟਲ ਏਰੀਆ ਬੋਡੀ ਦਾ, ਠੀਕ ਹੈ। ਅਤੇ ਆਪਣਾ ਕ੍ਰੋਸ ਸੈਕਸ਼ਨਲ ਏਰੀਆ ਜਿੱਥੇ ਅਪਲਾਈ ਹੋ ਰਹੀ ਆ ਉਹ ਲੈਣਾ ਆਪਾਂ ਨੇ ਇੱਥੇ, ਡਿਵਾਈਡਡ ਬਾਈ ਏਰੀਆ ਕਰ ਦਿਓ, ਉਹ ਆਪਣੀ ਕੀ ਆ ਜਾਣੀ ਆ, ਸਟਰੈਸ ਆ ਜਾਣੀ ਆ, ਠੀਕ ਹੈ। ਹੁਣ ਅੱਗੇ ਗੱਲ ਕਰਦੇ ਅਸੀਂ ਟਾਈਪਸ ਦੀ। ਟਾਈਪਸ ਸਟੂਡੈਂਟਸ ਸਾਡੇ ਐਪਲੀਕੇਸ਼ਨ ਆਫ ਫੋਰਸ, ਠੀਕ ਹੈ, ਵੇ ਆਫ ਐਪਲੀਕੇਸ਼ਨ ਆਫ ਦੀ ਫੋਰਸ 'ਤੇ ਡਿਪੈਂਡ ਕਰਦੀਆਂ ਨੇ ਟਾਈਪਸ ਸਾਡੀਆਂ। ਜਿੱਦਾਂ ਕਿ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਆਹ ਵੇਖੋ, ਆਹ ਸਾਡੀ ਬੋਡੀ ਮੰਨ ਕੇ ਚੱਲਦੇ ਹਾਂ, ਅਸੀਂ ਇਹਨੂੰ ਬੋਡੀ ਮੰਨ ਕੇ ਚੱਲਦੇ ਹਾਂ, ਠੀਕ ਹੈ। ਅਗਰ ਅਸਾਂ ਨੇ ਫੋਰਸ ਬਿਲਕੁਲ ਨੋਰਮਲ ਲੱਗੀ ਹੈ, ਇੱਥੇ ਨੋਰਮਲ ਲੱਗੀ ਆ, ਜਿਹੜੀ ਆ ਸਰਫੇਸ ਆ ਨਾ ਇਹਦੇ ਨਾਲ ਬੋਡੀ ਦੀ ਸਰਫੇਸ ਆ, ਫੋਰਸ ਹੈ ਜੋ 90 ਡਿਗਰੀ ਦਾ ਐਂਗਲ ਬਣਾ ਰਹੀ ਆ, ਉਹ ਸਾਡੀ ਕਿਹੜੀ ਹੋਊਗੀ, ਨੋਰਮਲ ਸਟਰੈਸ ਹੋਏਗੀ, ਠੀਕ ਹੈ। ਸਭ ਤੋਂ ਪਹਿਲਾਂ ਜਿਹੜੀ ਫਸਟ ਟਾਈਪ ਹੈ, ਫਸਟ ਟਾਈਪ ਦੀ ਕੀ ਆ ਗਈ, ਨੋਰਮਲ ਸਟਰੈਸ, ਨੋਰਮਲ, ਠੀਕ ਹੈ। ਇਹ ਤੁਹਾਨੂੰ ਮੈंने ਦੱਸ ਹੀ ਦਿੱਤਾ। ਨੋਰਮਲ ਸਟਰੈਸ ਦੇ ਵਿੱਚ ਜਿਹੜੀ ਫੋਰਸ ਅਪਲਾਈ ਕਰਦੇ ਹੁੰਦੇ ਹਾਂ ਅਸੀਂ ਪਰਪੈਂਡੀਕੂਲਰ ਟੂ ਦੀ ਕ੍ਰੋਸ ਸੈਕਸ਼ਨਲ ਏਰੀਏ 'ਤੇ ਅਪਲਾਈ ਕਰਦੇ ਹੁੰਦੇ ਹਾਂ, ਠੀਕ ਹੈ। ਜਿਹੜੀ ਨੋਰਮਲ ਸਟਰੈਸ ਹੁੰਦੀ ਹੈ ਸਟੂਡੈਂਟਸ ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੀ ਹੁੰਦੀ ਹੈ, ਆਪਣੀ ਟੈਂਸਾਈਲ ਸਟਰੈਸ, ਸੈਕਿੰਡ ਵਾਲੀ ਕੰਪਰੈਸਿਵ ਸਟਰੈਸ, ਠੀਕ ਹੈ ਸਟੂਡੈਂਟਸ। ਹੁਣ ਅਸੀਂ ਗੱਲ ਕਰਦੇ ਹਾਂ ਟੈਂਸਾਈਲ ਸਟਰੈਸ ਦੀ। ਟੈਂਸਾਈਲ ਸਟਰੈਸ ਅਸੀਂ ਕਿੱਦਾਂ ਸਮਝ ਸਕਦੇ ਹਾਂ, ਸਾਡੇ ਕੋਲ ਕੋਈ ਰੇਜ਼ਡ ਸਪੋਰਟ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਸਟੂਡੈਂਟਸ, ਇਹਦੇ ਨਾਲ ਸਾਡੀ ਕੋਈ ਵਾਇਰ ਬੰਨੀ ਹੋਈ ਹੈ, ਠੀਕ ਹੈ, ਬਾਈਂਡ ਕਰੀ ਹੋਈ ਹੈ, ਬਿਲਕੁਲ ਰਿਜਡ ਸਪੋਰਟ ਹੈ, ਠੀਕ ਹੈ। ਉਸ ਤੋਂ ਬਾਅਦ ਮੈंने ਕੀ ਕਰਿਆ, ਮੈਂ ਇਹਦੇ 'ਤੇ ਇੱਕ ਫੋਰਸ ਅਪਲਾਈ ਕਰੀ ਨੀਚੇ ਨੂੰ, ਇਹਦੇ 'ਤੇ F ਫੋਰਸ ਅਪਲਾਈ ਕਰੀ। ਉਸ ਤੋਂ ਬਾਅਦ ਸਾਡੀ ਵਾਇਰ ਕਿੱਦਾਂ ਹੋ ਗਈ ਸਟੂਡੈਂਟਸ,
ਵਾਇਰ ਸਾਡੀ ਜਦੋਂ ਕਿਸੇ ਵਾਇਰ ਤੇ ਫੋਰਸ ਅਪਲਾਈ ਕਰਾਂਗੇ ਤਾਂ ਉਹਦੀ ਲੈਂਥ ਕੀ ਹੋ ਜਾਣੀ ਆ, ਇਨਕਰੀਜ਼ ਹੋ ਜਾਣੀ ਆ। ਉਹਦੀ ਲੈਂਥ ਇੰਨੀ ਇਨਕਰੀਜ਼ ਹੋਊਗੀ, ਪਹਿਲਾਂ ਇੱਥੇ ਤੱਕ ਦੀ ਇਹਦੀ ਲੈਂਥ L ਦੀ ਮੰਨ ਲਓ, ਇੱਥੋਂ ਤੱਕ L ਦੀ, ਇੱਥੋਂ ਕਿੰਨੀ ਹੋਗੀ ਸਾਡੇ ਕੋਲ ਡੈਲਟਾ L, ਠੀਕ ਹੈ। ਇੱਥੇ ਫੋਰਸ ਅਪਲਾਈ ਹੋ ਰਹੀ ਆ। ਆਫਟਰ ਦੀ ਐਪਲੀਕੇਸ਼ਨ ਆਫ ਫੋਰਸ ਅਪਲਾਈ ਕਰਨ ਤੋਂ ਬਾਅਦ ਸਾਡੀ ਵਾਇਰ ਦੀ ਲੈਂਥ ਇਨਕਰੀਜ਼ ਹੋ ਗਈ ਆ, ਠੀਕ ਹੈ। ਇੱਕ ਗੱਲ ਹੋਰ ਧਿਆਨ 'ਚ ਰੱਖਣੀ ਹੈ ਗੱਲ ਵੀ ਜਿਹੜਾ ਕ੍ਰੋਸ ਸੈਕਸ਼ਨਲ ਏਰੀਆ ਸਾਡਾ ਵਾਇਰ ਦਾ ਸਰਕਲ ਆ, ਇਹਦੇ ਨੋਰਮਲ ਫੋਰਸ ਹੈ ਜੋ ਅਪਲਾਈ ਹੋਣੀ ਚਾਹੀਦੀ ਹੈ, ਠੀਕ ਹੈ। ਜਦੋਂ ਸਟੂਡੈਂਟਸ ਸਾਡੇ ਕਿਸੇ ਵੀ ਓਬਜੈਕਟ ਜਾਂ ਬੋਡੀ ਤੇ ਨੋਰਮਲ ਫੋਰਸ ਅਪਲਾਈ ਹੁੰਦੀ ਹੈ ਤੇ ਉਹਦੀ ਲੈਂਥ ਹੈ ਜੋ ਇਨਕਰੀਜ਼ ਹੋ ਜਾਂਦੀ ਹੈ, ਠੀਕ ਹੈ। ਨੋਰਮਲ ਫੋਰਸ ਅਪਲਾਈ ਹੁੰਦੀ ਹੈ ਕਿਸੇ ਬੋਡੀ ਤੇ ਉਹਦੀ ਲੈਂਥ ਹੈ ਜੋ ਇਨਕਰੀਜ਼ ਹੁੰਦੀ ਆ, ਠੀਕ ਹੈ। ਉਹ ਵਾਲੀ ਸਟਰੈਸ ਜੋ ਆਪਣੀ ਬੋਡੀ ਦੇ ਵਿੱਚ ਆ ਜਾਂਦੀ ਆ, ਉਹ ਸਾਡੀ ਟੈਂਸਾਈਲ ਸਟਰੈਸ ਕਹਾਉਂਦੀ ਆ, ਠੀਕ ਹੈ। ਤੇ ਇਹਨੂੰ ਅਸੀਂ ਕਿੱਦਾਂ ਲਿਖ ਸਕਦੇ ਹਾਂ, ਇਹਦਾ ਐਕਸਪ੍ਰੈਸ਼ਨ ਕਿੱਦਾਂ ਹੁੰਦਾ, ਫੋਰਸ ਤਾਂ ਉਹੀਓ ਸਾਡੀ ਨੋਰਮਲ ਅਪਲਾਈ ਕਰਨੀ ਆ ਡਿਵਾਈਡਡ ਬਾਈ ਏਰੀਆ ਆਫ ਕ੍ਰੋਸ ਸੈਕਸ਼ਨ, ਜਿਹੜਾ ਆਹ ਵਾਲਾ ਏਰੀਆ, ਠੀਕ ਹੈ। ਇਹ ਹੋ ਗਿਆ ਆਪਣਾ, ਇਹ ਸਾਡੀ ਟੈਂਸਾਈਲ ਸਟਰੈਸ ਆ। ਹੁਣ ਸੈਕਿੰਡ ਕੇਸ ਕਿੱਦਾਂ ਹੋ ਸਕਦਾ ਸਟੂਡੈਂਟਸ, ਸੈਕਿੰਡ ਕੇਸ ਸਾਡਾ ਇੱਦਾਂ ਹੋ ਸਕਦਾ ਵੀ ਆਹ ਫੋਰਸ ਆ ਜਿਹੜੀ, ਇਹ ਮੈਂ ਨੀਚੇ ਨੂੰ ਅਪਲਾਈ ਕਰਨ ਦੀ ਬਜਾਏ ਉੱਪਰ ਨੂੰ ਅਪਲਾਈ ਕਰਦਾ, ਠੀਕ ਹੈ। ਇੱਧਰ ਨੂੰ ਅਪਲਾਈ ਕਰਦਾ, ਮੈਂ ਉੱਪਰ ਨੂੰ ਫੋਰਸ ਅਪਲਾਈ ਕਰਦਾ। ਇਹ ਫੋਰਸ ਤੇ ਉੱਪਰੋਂ ਵੀ ਜਿਹੜੀ ਸਪੋਰਟ ਆ ਉਹ ਵੀ ਰਿਜਿਡ ਸਪੋਰਟ ਆ, ਠੀਕ ਹੈ। ਮਤਲਬ ਕਿ ਇਹ ਵਾਇਰ ਇੱਦਾਂ ਕੰਪਰੈਸ ਹੋ ਰਹੀ ਹੈ, ਜਿਵੇਂ ਮਾਰਕਰ ਆ ਮੇਰੇ ਕੋਲ ਆਹ ਵਾਲਾ, ਠੀਕ ਹੈ। ਆਹ ਉੱਪਰ ਤਾਂ ਮੇਰੇ ਰਿਜਿਡ ਸਪੋਰਟ ਆ, ਨੀਚੋਂ ਮੈਂ ਫੋਰਸ ਲਗਾ ਦਿੱਤੀ, ਕੰਪਰੈਸ ਹੋ ਰਹੀ ਆ, ਠੀਕ ਹੈ। ਜਦੋਂ ਸਾਡੀ ਬਾਡੀ ਦੇ ਉੱਪਰ ਫੋਰਸਿਸ ਨੇ ਜੋ ਨੋਰਮਲ ਲੱਗ ਰਹੀਆਂ ਹੋਣ ਤੇ ਦੂਜੀ ਚੇਂਜ ਕੀ ਆ ਰਹੀ ਹੋਵੇ, ਚੇਂਜ ਫੋਰਸ ਆ, ਕੰਪਰੈਸ ਹੋ ਰਹੀ ਹੈ ਬੋਡੀ, ਠੀਕ ਹੈ। ਉਸ ਟਾਈਮ ਜਿਹੜੀ ਆਪਣੀ ਸਟਰੈਸ ਬੋਡੀ ਦੇ ਵਿੱਚ ਡਿਵੈਲਪ ਹੁੰਦੀ ਆ, ਉਹ ਵਾਲੀ ਸਟਰੈਸ ਨੂੰ ਕੀ ਕਹਿੰਦੇ ਆ ਅਸੀਂ, ਕੰਪਰੈਸਿਵ ਸਟਰੈਸ ਕਹਿੰਦੇ ਆ। ਤੇ ਐਕਸਪ੍ਰੈਸ਼ਨ ਸਟੂਡੈਂਟਸ ਉਹੀਓ ਹੁੰਦਾ ਸਾਡਾ F/A, ਠੀਕ ਹੈ। ਦੇਖੋ ਸਟੂਡੈਂਟਸ, ਅਸੀਂ ਇਹਨਾਂ ਨੂੰ ਕਿੱਦਾਂ ਲਿਖ ਸਕਦੇ ਹਾਂ, ਅਸੀਂ ਇਹਦੀ ਹੁਣ ਵਰਡਿੰਗ ਦੇਖਦੇ ਹਾਂ। ਟੈਂਸਾਈਲ ਸਟਰੈਸ is defined as the restoring force per unit area acting per unit area perpendicular to the cross sectional ਏਰੀਏ ਦੇ ਪਰਪੈਂਡੀਕੂਲਰ ਚਾਹੀਦੀ ਹੈ ਸਾਡੀ, ਠੀਕ ਹੈ, ਕ੍ਰੋਸ ਸੈਕਸ਼ਨ ਆਫ ਦੀ ਬੋਡੀ ਦੇ, ਠੀਕ ਹੈ। ਤੇ ਇਦਾਂ ਹੀ ਸਟੂਡੈਂਟਸ ਡੈਫੀਨੇਸ਼ਨਸ ਤਾਂ ਲਗਭਗ ਇਹਨਾਂ ਦੀ ਸੇਮ ਹੀ ਨੇ, ਬਸ ਤੁਸੀਂ ਇੱਦਾਂ ਧਿਆਨ ਰੱਖਣਾ ਵੀ ਜਿਹੜੀ ਕੰਪਰੈਸਿਵ ਸਟਰੈਸ ਆ ਉਹਦੇ ਵਿੱਚ ਬੋਡੀ ਕੰਪਰੈਸ ਹੁੰਦੀ ਹੈ, ਜਿਹੜੀ ਟੈਂਸਾਈਲ ਸਟਰੈਸ ਆ ਉਹਦੇ ਵਿੱਚ ਬੋਡੀ ਦਾ ਸਾਈਜ਼ ਇਨਕਰੀਜ਼ ਹੁੰਦਾ, ਠੀਕ ਹੈ। ਤੇ ਜਿਹੜੀ ਕੰਪਰੈਸਿਵ ਸਟਰੈਸ ਦੀ ਡੈਫੀਨੇਸ਼ਨ ਲਿਖਣੀ ਹੋਵੇ, ਇੱਥੇ ਸਾਡੇ ਕੰਪਰੈਸਿਵ ਸਟਰੈਸ ਆ ਜਾਣਾ ਤੇ ਬਾਕੀ ਸਾਰੀ ਸੇਮ ਹੋਊਗੀ, ਠੀਕ ਹੈ। ਹੁਣ ਸਟੂਡੈਂਟਸ ਅਸੀਂ ਆਪਣੇ ਸਟਰੈਸ ਦੀ ਨੈਕਸਟ ਟਾਈਪ ਵੱਲ ਵੱਧਦੇ ਹਾਂ, ਠੀਕ ਹੈ। ਉਹ ਹੈਗੀ ਆਪਣੀ ਸੈਕਿੰਡ ਵਾਲੀ ਟਾਈਪ ਹੈ ਜੋ ਟੈਂਜੈਂਸ਼ੀਅਲ ਸਟਰੈਸ। ਨਾਮ ਤੋਂ ਹੀ ਸਟੂਡੈਂਟਸ ਤੁਹਾਨੂੰ ਉਲਝਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ, ਨਾਮ ਤੋਂ ਹੀ ਕਲੀਅਰ ਆ। ਨਾਮ ਮਤਲਬ ਕਿ ਨੋਰਮਲ ਸਟਰੈਸ ਉਹ ਉਦੋਂ ਹੁੰਦੀ ਹੈ ਜਦੋਂ ਸਾਡੀ ਬਾਡੀ ਦੇ ਸਰਫੇਸ ਦੇ ਨੋਰਮਲ ਫੋਰਸ ਲੱਗਦੀ ਆ। ਟੈਂਜੈਂਸ਼ੀਅਲ ਸਟਰੈਸ ਉਦੋਂ ਹੁੰਦੀ ਹੈ ਜਦੋਂ ਸਾਡੀ ਬਾਡੀ ਦੀ ਸਰਫੇਸ ਦੇ ਟੈਂਜੈਂਟਲੀ ਸਾਡੀ ਫੋਰਸ ਲੱਗਦੀ ਆ, ਠੀਕ ਹੈ। ਹੁਣ ਦੇਖੋ ਸਟੂਡੈਂਟਸ, ਆਹ ਸਾਡੇ ਕੋਲ ਬਾਡੀ ਆ, ਠੀਕ ਹੈ। ਆਹ ਬਾਡੀ ਆਪਣੇ ਕੋਲ, ਪਹਿਲਾਂ ਅਸੀਂ ਨੋਰਮਲ ਸਟਰੈਸ ਦੇ ਵਿੱਚ ਕਿੱਦਾਂ ਫੋਰਸ ਲਗਾਈ ਤੀ, ਉੱਪਰੋਂ ਨੀਚੇ ਨੂੰ ਇੱਦਾਂ, ਠੀਕ ਹੈ। ਆਹ ਜਿਹੜੀ ਐਂਗਲ ਬਣ ਰਿਹਾ ਸੀ 90 ਡਿਗਰੀ ਦਾ ਐਂਗਲ ਬਣ ਰਿਹਾ ਸੀ। ਹੁਣ ਸਟੂਡੈਂਟਸ ਜਿਹੜੀ ਟੈਂਜੈਂਸ਼ੀਅਲ ਸਟਰੈਸ ਦੇ ਵਿੱਚ ਅਸੀਂ ਫੋਰਸ ਲਗਾਉਣੀ ਆ, ਅਸਾਂ ਨੇ ਇੱਥੋਂ ਟੈਂਜੈਂਟ ਪਰਲੇ ਪਾਸੇ ਨੂੰ ਇੱਦਾਂ ਮਾਰਕਰ ਦੀ ਇੱਦਾਂ ਫੋਰਸ ਲਗਾਉਣੀ ਆ, ਠੀਕ ਹੈ। ਹੁਣ ਦੇਖੋ ਸਟੂਡੈਂਟਸ, ਜਿਹੜੀ ਨੀਚਲੀ ਸਾਈਡ ਆ, ਜਿਹੜਾ ਹੇਠਲਾ ਫੇਸ ਆ ਹੈ ਨਾ, ਆਹ ਵਾਲਾ ਬੁੱਕ ਦਾ ਆਪਣੀ ਦਾ, ਇਹ ਫਿਕਸਡ ਆ, ਠੀਕ ਹੈ। ਉਸ ਤੋਂ ਬਾਅਦ ਮੈਨੇ ਇੱਥੇ ਉੱਪਰ ਆਪਣਾ ਹੈਂਡ ਰੱਖਿਆ ਤੇ ਉਸ ਤੋਂ ਬਾਅਦ ਪਰਲੇ ਪਾਸੇ ਨੂੰ ਫੋਰਸ ਲਗਾ ਦਿੱਤੀ ਹੈ, ਠੀਕ ਹੈ। ਬਾਡੀ ਦੇਖੋ ਅੱਪਰ ਵਾਲਾ ਫੇਸ ਆ ਜੋ ਪਰਲੇ ਪਾਸੇ ਨੂੰ ਡਿਸਪਲੇਸ ਹੋ ਰਿਹਾ, ਠੀਕ ਹੈ। ਇਸ ਵੇਲੇ ਇੱਕ ਬਾਡੀ ਦੇ ਵਿੱਚ ਸਟਰੈਸ ਆ ਜਾਂਦੀ ਆ, ਉਹ ਸਟਰੈਸ ਨੂੰ ਅਸੀਂ ਕੀ ਕਹਾਂਗੇ, ਟੈਂਜੈਂਸ਼ੀਅਲ ਸਟਰੈਸ। ਦੇਖੋ ਮੈਂ ਦੁਬਾਰਾ ਕਰਕੇ ਦਿਖਾਉਣਾ, ਸਾਡੀ ਬਾਡੀ ਦਾ ਜੋ ਆਹ ਵਾਲਾ ਹੈ ਨਾ ਐਜ ਹੈ ਜੋ ਬਿਲਕੁਲ ਵਰਟੀਕਲ ਹੋਏਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਫੋਰਸ ਅਪਲਾਈ ਕਰਾਂਗੇ ਤਾਂ ਪਰਲੇ ਪਾਸੇ ਨੂੰ ਡਿਸਪਲੇਸ ਹੋ ਜਾਏਗਾ, ਠੀਕ ਹੈ। ਇਸ ਵੇਲੇ ਬਾਡੀ ਦੇ ਵਿੱਚ ਸਟਰੈਸ ਜੋ ਡਿਵੈਲਪ ਹੁੰਦੀ ਆ ਉਸ ਨੂੰ ਅਸੀਂ ਟੈਂਜੈਂਸ਼ੀਅਲ ਸਟਰੈਸ ਕਹਿੰਦੇ ਹਾਂ। ਹੁਣ ਵੇਖਦੇ ਹਾਂ, ਅਸੀਂ ਇੱਥੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਟੂਡੈਂਟਸ। ਸਾਡੇ ਕੋਲੇ ਆਹ ਵਾਲੀ ਬਾਡੀ ਆ,
ठीक है, ਜਿਹਦੀ ਕਿ ਲੈਂਥ ਹਰੇਕ ਐਜ ਦੀ ਕਿਊਬ ਮੰਨ ਕੇ ਚੱਲ ਸਕਦੇ ਹਾਂ ਆਪਾਂ, ਹਰੇਕ ਐਜ ਦੀ ਲੈਂਥ L ਆ। ਠੀਕ ਹੈ, ਹੁਣ ਦੇਖੋ ਸਟੂਡੈਂਟਸ, ਜਿਹੜਾ ਇਹਦਾ ਹੇਠਲਾ ਵਾਲਾ ਫੇਸ ਆ ਉਹ ਫਿਕਸਡ ਆ, ਜਿੱਦਾਂ ਕਿ ਮੇਰੀ ਹੈਂਡ ਦੇ ਵਿੱਚ ਬੁੱਕ ਪਈ ਤੀ ਉਹ ਫਿਕਸ ਤੀ। ਠੀਕ ਹੈ, ਅੱਪਰ ਵਾਲੇ ਫੇਸ ਤੇ ਅਸੀਂ ਰਾਈਟ ਬੰਨੀ ਨੂੰ ਫੋਰਸ ਲਗਾ ਰਹੇ ਹਾਂ। ਅੱਪਰ ਵਾਲੇ ਫੇਸ ਤੇ ਅਸਾਂ ਨੇ ਇੱਥੋਂ ਰਾਈਟ ਬੰਨੀ ਨੂੰ ਫੋਰਸ ਲਗਾਈ F। ਫਿਰ ਕੀ ਹੋਏਗਾ ਸਟੂਡੈਂਟਸ, ਜੋ ਆਹ ਵਾਲਾ ਫੇਸ ਦੀ ਇਹ ਰਾਈਟ ਬੰਨੀ ਨੂੰ ਡਿਸਪਲੇਸ ਹੋ ਜਾਏਗਾ। ਮੈਂ ਬਲੈਕ ਮਾਰਕਰ ਨਾਲ ਬਣਾਉਣਾ, ਇੱਥੋਂ ਆਹ ਵਾਲਾ ਫੇਸ ਤਾਂ ਫਿਕਸ ਰਹੇਗਾ, ਇੱਥੋਂ ਵੇਖੋ ਇੱਦਾਂ। ਠੀਕ ਹੈ, ਆਹ ਇੱਦਾਂ ਡਿਸਪਲੇਸ ਹੋ ਗਿਆ ਆਹ ਵਾਲਾ ਐਜ, ਅਤੇ ਇੱਥੋਂ ਡਿਸਪਲੇਸਮੈਂਟ ਜਿਹੜਾ ਆਹ ਵਾਲਾ ਐਜ ਆ ਇਹ ਕਿੱਥੇ ਆ ਜਾਏਗਾ, ਇੱਥੇ ਆ ਜਾਏਗਾ। ਠੀਕ ਹੈ ਸਟੂਡੈਂਟਸ, ਅਸੀਂ ਟੈਂਜੈਂਸ਼ੀਅਲ ਸਟ੍ਰੈਸ ਦੀ ਗੱਲ ਕਰ ਰਹੇ ਤੇ ਸਟ੍ਰੈਸ ਦੇਖੋ ਆਪਣੇ ਹਿਊਮਨ ਬੀਇੰਗ ਵੀ ਲੈ ਲੈਂਦੇ ਆ ਹੈ ਨਾ, ਉੱਦਾਂ ਹੀ ਆ ਸਟ੍ਰੈਸ, ਸੇਮ ਉੱਦਾਂ ਹੀ ਆ। ਜਦੋਂ ਕਿਸੇ ਬਾਡੀ ਦੇ ਉੱਪਰ ਫੋਰਸ ਲੱਗਦੀ ਆ ਉਹਦੇ ਵਿੱਚ ਸਟ੍ਰੈਸ ਡਿਵੈਲਪ ਹੁੰਦੀ ਆ। ਠੀਕ ਹੈ, ਕਿਉਂਕਿ ਉਹ ਕਹਿੰਦੀ ਆ ਵੀ ਮੈਂ ਉਹੀਓ ਜੋ ਸ਼ੇਪ ਆ ਉਹ ਪਹਿਲਾਂ ਵਾਲੀ ਸ਼ੇਪ ਦੇ ਵਿੱਚ ਹੀ ਰਹਾਂ। ਠੀਕ ਹੈ, ਟੈਂਜੈਂਸ਼ੀਅਲ ਸਟ੍ਰੈਸ ਦੀ ਗੱਲ ਚੱਲਦੀ ਸੀ ਸਟੂਡੈਂਟ ਸਾਡੀ, ਜਦੋਂ ਅਸੀਂ ਫੋਰਸ ਅੱਪਰ ਫੇਸ ਤੇ ਲਗਾਈਏ ਇਹਦੇ ਤੇ ਹੈ ਨਾ, ਨੀਚੇ ਵਾਲਾ ਫੇਸ ਫਿਕਸਡ ਆ ਤਾਂ ਇਹ ਰਾਈਟ ਬੰਨੇ ਨੂੰ ਆਪਣਾ ਚਲਾ ਗਿਆ। ਠੀਕ ਹੈ, ਇੱਦਾਂ ਵਾਲੇ ਕੇਸ ਦੇ ਵਿੱਚ ਜਦੋਂ ਟੈਂਜੈਂਸ਼ੀਅਲ ਸਟ੍ਰੈਸ ਜਿਹੜੀ ਫੋਰਸ ਟੈਂਜੈਂਸ਼ੀਅਲ ਲੱਗਦੀ ਹੈ, ਉਹ ਉਸ ਵਾਲੀ ਸਟ੍ਰੈਸ ਜੋ ਜਦੋਂ ਡਿਵੈਲਪ ਹੁੰਦੀ ਹੈ ਬਾਡੀ 'ਚ, ਉਹਨੂੰ ਕੀ ਕਹਿੰਦੇ ਹਾਂ ਅਸੀਂ, ਟੈਂਜੈਂਸ਼ੀਅਲ ਸਟ੍ਰੈਸ ਕਹਿੰਦੇ ਹਾਂ। ਇਹਨੂੰ ਅਸੀਂ ਸ਼ੀਅਰਿੰਗ ਸਟ੍ਰੈਸ ਵੀ ਕਹਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਥਰਡ ਵਾਲੀ ਦੀ ਗੱਲ ਕਰਦੇ ਹਾਂ ਅਸੀਂ। ਥਰਡ ਵਾਲੀ ਗੱਲ ਕਰਾਂਗੇ ਆਪਣੀ ਬਲਕ ਸਟ੍ਰੈਸ। ਬਲਕ ਸਟ੍ਰੈਸ ਸਰ ਸਟੂਡੈਂਟਸ ਤੁਸਾਂ ਨੇ ਵੇਖਣਾ ਵੀ ਆਪਣੇ ਕੋਲ ਆ ਸਫੀਅਰ ਆ ਜਾਂਦਾ ਯਸ। ਠੀਕ ਹੈ, ਜਾਂ ਕੋਈ ਕਹਿ ਸਕਦੇ ਸੀ ਬੈਲੂਨ ਆ ਹੈ ਨਾ, ਜਾਂ ਸਫੀਅਰ ਆ ਕੋਈ ਵੀ। ਸਾਡੇ ਕੋਲ ਅਸਾਂ ਨੇ ਕੀ ਕਰਿਆ, ਅਸਾਂ ਨੇ ਇਹਨੂੰ ਪਾਣੀ ਦੇ ਵਿੱਚ ਪਾ ਦਿੱਤਾ। ਜਦੋਂ ਇਹਨੂੰ ਵਾਟਰ ਦੇ ਵਿੱਚ ਪਾ ਦਿੱਤਾ, ਇੱਦਾਂ ਵਾਟਰ ਦੇ ਕੰਟੇਨਰ 'ਚ ਪਾ ਦਿੱਤਾ। ਠੀਕ ਹੈ, ਉਸ ਤੋਂ ਬਾਅਦ ਸਟੂਡੈਂਟਸ ਵੇਖੋ ਇਹਦੇ ਹਰੇਕ ਜਗ੍ਹਾ 'ਤੇ, ਹਰੇਕ ਪੁਆਇੰਟ 'ਤੇ, ਹਰੇਕ ਜਗ੍ਹਾ 'ਤੇ। ਠੀਕ ਹੈ, ਇੱਧਰੋਂ ਸਾਹਮਣਿਓਂ ਵੀ ਪਿੱਛੋਂ ਵੀ ਸਾਰੇ ਪਾਸਿਆਂ ਤੋਂ ਇੱਕ ਫੋਰਸ ਲੱਗ ਰਹੀ ਆ। ਕਿਹਦੇ ਦੁਆਰਾ, ਲਿਕੁਇਡ ਦੇ ਪ੍ਰੈਸ਼ਰ ਦੁਆਰਾ, ਕਿਉਂਕਿ ਲਿਕੁਇਡ ਦਾ ਵੀ ਖੁਦ ਦਾ ਇੱਕ ਪ੍ਰੈਸ਼ਰ ਹੁੰਦਾ। ਠੀਕ ਹੈ ਸਟੂਡੈਂਟਸ, ਇੱਦਾਂ। ਠੀਕ ਹੈ, ਜਦੋਂ ਫਿਰ ਸਾਡੀ ਬਾਡੀ ਨੂੰ ਕੀ ਹੋਏਗਾ ਸਟੂਡੈਂਟਸ, ਬਾਡੀ ਸਾਡੀ ਦਾ ਵੋਲਿਊਮ ਜੇ ਪਹਿਲਾਂ VO ਸੀ, ਲਾਸਟ 'ਤੇ ਕੀ ਹੋ ਜਾਊਗਾ, ਸਾਡਾ ਵੋਲਿਊਮ ਥੋੜ੍ਹਾ ਜਿਹਾ ਡਿਕਰੀਜ਼ ਹੋ ਜਾਏਗਾ। ਕਿਉਂਕਿ ਜਦੋਂ ਸਾਰੇ ਪਾਸੇ ਤੋਂ ਹੀ ਉਹਨੂੰ ਪ੍ਰੈਸ ਹੋ ਰਹੀ ਹੈ ਬਾਡੀ, ਸਾਰੇ ਇਕੁਅਲ ਫੋਰਸਿਸ ਲੱਗ ਰਹੀਆਂ ਨੇ ਹਰੇਕ ਡਾਇਰੈਕਸ਼ਨ ਦੇ ਵਿੱਚੋਂ, ਤਾਂ ਸਾਡੀ ਬਾਡੀ ਕੀ ਹੋਊਗੀ ਸਟੂਡੈਂਟਸ, ਸਾਡੀ ਬਾਡੀ ਕੰਪਰੈਸ ਹੋ ਜਾਣੀ ਆ। ਠੀਕ ਹੈ, ਇਹੋ ਜਿਹਾ ਜਦੋਂ ਕੇਸ ਆਉਂਦਾ, ਜਦੋਂ ਸਾਡੀ ਬਾਡੀ ਦੇ ਹੈ ਨਾ ਸਾਰੀ ਸਾਈਡਾਂ ਤੋਂ ਫੋਰਸ ਲੱਗ ਰਹੀ ਹੋਵੇ ਅਤੇ ਵੋਲਿਊਮ ਡਿਕਰੀਜ਼ ਹੋ ਜਾਵੇ, ਤਾਂ ਉਹ ਜਿਹੜੀ ਸਟ੍ਰੈਸ ਹੋਏਗੀ ਸਾਡੀ ਆਪਣੀ ਬਲਕ ਸਟ੍ਰੈਸ ਹੋਏਗੀ, ਜਾਂ ਇਹਨੂੰ ਅਸੀਂ ਵੋਲਿਊਮ ਸਟ੍ਰੈਸ ਵੀ ਕਹਿੰਦੇ ਹਾਂ। ਠੀਕ ਹੈ, ਇਹ ਹੋ ਗਈਆਂ ਜੀ ਸਟੂਡੈਂਟ ਸਾਡੀਆਂ ਸਟ੍ਰੈਸਿਸ। ਇਹਦੀਆਂ ਸਟ੍ਰੈਸ ਹੋ ਗਈ ਸਾਡੀ ਅਤੇ ਇਹਦੀਆਂ ਟਾਈਪਸ ਵੀ ਹੋ ਚੁੱਕੀਆਂ। ਠੀਕ ਹੈ, ਹੁਣ ਅਸੀਂ ਅੱਗੇ ਵੱਧਦੇ ਹਾਂ ਸਟ੍ਰੇਨ ਐਂਡ ਇਟਸ ਟਾਈਪਸ ਬਾਰੇ। ਸਟੂਡੈਂਟਸ ਹੁਣ ਗੱਲ ਕਰਦੇ ਹਾਂ ਅਸੀਂ ਆਪਣੀ ਸਟ੍ਰੇਨ ਦੀ। ਠੀਕ ਹੈ, ਸਟ੍ਰੇਨ ਸਟੂਡੈਂਟਸ ਅਸਾਂ ਨੇ ਕੀ ਕਰਿਆ ਸੀ, ਅਸਾਂ ਨੇ ਇੱਕ ਇੱਥੋਂ ਬਾਡੀ ਲਈ ਸੀ, ਆਪਣਾ ਰਿਜ਼ਰਵ ਸਪੋਰਟ ਲਈ ਸੀ, ਅਤੇ ਉਸ ਤੋਂ ਬਾਅਦ ਇਹਦੇ ਨਾਲ ਇੱਕ ਵਾਇਰ ਲਗਾਈ ਸੀ, ਅਤੇ ਫਿਰ ਕੀ ਕਰਿਆ ਅਸੀਂ ਇਹਦੇ 'ਤੇ ਫੋਰਸ ਲਗਾ ਦਿੱਤੀ। ਠੀਕ ਹੈ, ਇਹ ਹੈਗੀ ਦੀ ਸਾਡੀ ਫਸਟ ਸਟੇਟ। ਫੋਰਸ ਲਗਾਉਣ ਤੋਂ ਬਾਅਦ ਸਟੂਡੈਂਟਸ ਕੀ ਹੋਇਆ, ਸਾਡੀ ਜੋ ਬਾਡੀ ਸੀ ਉਹਦੀ ਲੈਂਥ ਇਨਕਰੀਜ਼ ਹੋ ਗਈ। ਠੀਕ ਹੈ, ਇਹ ਪਹਿਲਾਂ ਲੈਂਥ L ਸੀ ਅਤੇ ਇਹਦੀ ਡੈਲਟਾ L ਇਨਕਰੀਜ਼ ਹੋ ਗਈ, ਇੱਥੇ ਤੱਕ L ਹੈ। ਠੀਕ ਹੈ ਸਟੂਡੈਂਟਸ, ਆਈਓ ਜੋ ਆਪਣੀ ਕਨਫੀਗਰੇਸ਼ਨ ਚੇਂਜ ਹੋਈ ਆ, ਇਨੀਸ਼ੀਅਲ ਕਨਫੀਗਰੇਸ਼ਨ ਟੂ ਫਾਈਨਲ ਕਨਫੀਗਰੇਸ਼ਨ ਸਿਸਟਮ ਗਿਆ। ਠੀਕ ਹੈ, ਇਹਨਾਂ ਦੀ ਰੇਸ਼ੋ ਨੂੰ ਹੀ ਅਸੀਂ ਕੀ ਕਹਿੰਦੇ ਹਾਂ, ਸਟ੍ਰੇਨ ਕਹਿੰਦੇ ਹਾਂ। ਜਦੋਂ ਸਾਡੀ ਫਸਟ ਸਟੇਟ ਦੇ ਵਿੱਚ ਸੀ, ਸਾਡੀ ਇਨੀਸ਼ੀਅਲ ਕਨਫੀਗਰੇਸ਼ਨ ਸੀ ਸਾਡੇ ਹੈ ਨਾ ਬਾਡੀ ਦੀ, ਅਤੇ ਕੀ ਕਰਾਂਗੇ ਅਸੀਂ,
ਅਸਾਂ ਨੇ ਫੋਰਸ ਅਪਲਾਈ ਕਰੀ ਤੀ ਤੇ ਇਹਦੇ ਵਿੱਚ ਇਨਕਰੀਮੈਂਟ ਆ ਗਿਆ ਸੀ ਹੈ ਨਾ। ਇਹਨੂੰ ਇਨਕਰੀਮੈਂਟ ਨੂੰ ਚਾਹੇ ਇਨਕਰੀਮੈਂਟ ਵੋਲਿਊਮ 'ਚ ਮੈਂ ਇੱਥੇ ਇੱਕ ਐਗਜ਼ਾਮਪਲ ਲੈ ਲਈ ਹੈ। ਇਨਕਰੀਮੈਂਟ ਇਹ ਕਾਸੇ ਦੇ ਵਿੱਚ ਵੀ ਹੋ ਸਕਦਾ, ਠੀਕ ਹੈ, ਡਿਪੈਂਡਸ ਅਪੋਨ ਦੀ ਸਟਰੈਸ, ਅਸੀਂ ਸਟਰੈਸ ਕਿੱਦਾਂ ਦੀ ਲੈ ਰਹੇ ਹਾਂ। ਇੱਥੇ ਅਸੀਂ ਇੱਕ ਵਾਇਰ ਲੈ ਲਈਏ, ਇੱਕ ਪਾਰਟੀਕੂਲਰ ਕੇਸ ਲੈ ਲਿਆ, ਇਹਦੇ ਵਿੱਚ ਲੈਂਥ ਇਨਕਰੀਜ਼ ਹੋ ਗਿਆ ਡੈਲਟਾ ਐਲ ਡਿਵਾਈਡਡ ਬਾਏ ਓਰੀਜਨਲ ਲੈਂਥ ਕਿੰਨੀ ਸੀ L, ਠੀਕ ਹੈ। ਇਹ ਕੀ ਹੋ ਗਈ ਸਾਡੀ ਸਟ੍ਰੇਨ ਹੋ ਗਈ, ਠੀਕ ਹੈ। ਇਹਨੂੰ ਅਸੀਂ ਸਟ੍ਰੇਨ ਕਹਿੰਦੇ ਹਾਂ। ਫਿਰ ਹੁਣ ਅਸੀਂ ਇਹਨੂੰ ਵਰਡਿੰਗ ਦੇ ਵਿੱਚ ਲਿਖਦੇ ਹਾਂ, ਸਟ੍ਰੇਨ ਇਜ਼ ਡਿਫਾਈਨਡ ਐਜ਼ the ratio of ਕਾਦੀ ratio students, change in configuration to the original configuration, ठीक है। ये होगी साडी डेफिनेशन, स्ट्रेन इज इक्वल टू चेंज इन कन्फिगरेशन डिवाइडेड बाय ओरिजिनल कन्फिगरेशन। ये साडी की होगी स्ट्रेन होगी। हुण असीं इहदियां टाइप्स वन्नी वधदे हां, ठीक है। स्ट्रेन हो गई है साडी, टाइप्स रहिंदियां सी, टाइप्स वन्नी वधदे हां। स्टूडेंट्स असीं फस्ट टाइप ऑफ स्ट्रेन की गल करते हैं। फस्ट टाइप स्ट्रेन की है लॉन्गीट्यूडिनल स्ट्रेन, ठीक है। लॉन्गीट्यूडिनल स्ट्रेन बॉडी दे विच उदों हुंदी है जदों साडे कोल टेंसाइल और कंप्रैसिव स्ट्रेस होवे। स्ट्रेस, ठीक है। टेंसाइल ते कंप्रैसिव स्ट्रेस दे विच तुहानूं पता ही है की हुंदा साडे ऑब्जैक्ट दी लेंथ है, जो साडी बॉडी दी लेंथ है, जां तां ओह इनक्रीज हुंदी है चाहे ओह डिक्रीज हुंदी है। असीं आ केस ले लिया, ठीक है। इत्थे असीं टेंसाइल स्ट्रेस मतलब फोर्स अप्लाई करी हुई है, साडी बॉडी सैकेंड कन्फिगरेशन दे विच चली गई है, ओहदी चेंज इन लेंथ दे विच कितनी चेंज आई है, डेल्टा एल आई है, ठीक है। तो लॉन्गीट्यूडिनल स्ट्रेन नूं असीं किद्दां लिखांगे स्टूडेंट्स, लॉन्गीट्यूडिनल स्ट्रेन इज डिफाइंड एज the ratio of change in length to the original length of the body, ठीक है। हुण देखो स्टूडेंट्स, जो साडे बॉडी दे विच चेंज इन लेंथ कितनी आई है, लेंथ दे विच कितनी चेंज आई है, वो साडी डेल्टा एल आई है। लॉन्गीट्यूडिनल स्ट्रेन इज इक्वल टू चेंज इन लेंथ साडी डेल्टा एल आई है, ओरिजिनल लेंथ कितनी सी साडी एल सी। ये साडी की होगी लॉन्गीट्यूडिनल स्ट्रेन होगी, ठीक है। हुण असीं गल करदे हां नैक्सट टाइप की स्टूडेंट्स। हुण गल करदे हां असीं वॉल्यूम स्ट्रेन की। वॉल्यूम स्ट्रेन किहदे इक्वल हुंदी आ, वॉल्यूम स्ट्रेन इज डिफाइंड एज the ratio of the change in volume to the original volume, ठीक है स्टूडेंट्स। इनू असीं एक होर नाम भी कहने बल्क स्ट्रेन भी कहने इनू असीं बल्क स्ट्रेन, ठीक है। देखते हैं हुण किदां दा केस हुंदा स्टूडेंट्स। साडे कोल आ वेखो, साडे कोल आ कोई बैलून कह सकते हैं, कोई है ना किसी भी तरह की बॉडी कह सकते हैं अपने को, ठीक है। असां ने की करिया स्टूडेंट्स, असां ने इहदे उपर फोर्सिस अप्लाई कर दित्तियां चारे डायरैक्शन तो, ठीक है। इक्वल फोर्सिस अप्लाई करियां हुई ने सारियां डायरैक्शन चों, ठीक है। अपने सामने तो भी फोर्सिस जा रही ने हमने, ठीक है। इधरों बोर्ड के अंदरों भी फोर्सिस आ रही हैं, मतलब कि हरेक साइड तो इनू फोर्स है जो साडी बॉडी नूं मिल रही है। फिर की होगा बॉडी नूं जो सारी साइडों तो फोर्स मिल रही है, अगर तुसीं बैलून नूं असीं इदां दबदे हो सारी साइडों तो प्रैस कर दोगे तो बैलून का जो वॉल्यूम आ डिक्रीज हो जाएगा। स्टूडेंट्स किदां होगा, साडे कोल इदां दा केस बन जाऊगा, जो इहदा वॉल्यूम आ स्टूडेंट्स ये इदां चला जाएगा, ये आ शेप ले लेगा, ठीक है, कंप्रैस हो जाएगा, ठीक है। देखो हुण जे साडा वी ओ ओरिजिनल वॉल्यूम सी, ये साडा वी एफ फाइनल वॉल्यूम सी, तो चेंज इन वॉल्यूम की आएगी स्टूडेंट्स, चेंज इन वॉल्यूम साडी स्ट्रेन वॉल्यूम स्ट्रेन इज इक्वल टू चेंज इन वॉल्यूम डिवाइडेड बाय ओरिजिनल वॉल्यूम,
ओरिजिनल वॉल्यूम। चेंज इन वॉल्यूम की आएगी स्टूडेंट्स, साडा फाइनल वॉल्यूम वी एफ है, वी एफ माइनस ओरिजिनल वॉल्यूम वी ओ डिवाइडेड बाय ओरिजिनल वॉल्यूम वी ओ। ਹੁਣ देखो स्टूडेंट्स वी एफ आ जो फाइनल वॉल्यूम आ साडा घट आ एज कंपेयर टू वी ओ ओरिजिनल वॉल्यूम दे, ठीक है, क्योंकि वो कंप्रैस हो गई है बॉडी, इस करके असी इत्थे डेल्टा वी लग्या चेंज इन वॉल्यूम का डेल्टा वी चेंज ਨੂੰ रिप्रजेंट करता, बट नैगेटिव साइन आएगा क्योंकि वी ओ वड्डा एज कंपेयर टू वी एफ, ठीक है, तो इत्थे साडा वी ओ उदा ही आ जाना है। इत्थे साडा हुण नैगेटिव साइन तो सानूं इदां डायरैक्ट पता लग जूगा साडा वॉल्यूम आ भी डिक्रीज हो रहा, वॉल्यूम डिक्रीजेस, ठीक है, जिथे भी डेल्टा वी के अगे माइनस लगा होवे इहदा मतलब ये आ भी साडा वॉल्यूम आ वो डिक्रीज हो रहा, ठीक है, इहो साडी की आ वॉल्यूम स्ट्रेन आ, चेंज इन वॉल्यूम डिवाइडेड बाय ओरिजिनल वॉल्यूम, ठीक है। उस तो बाद असीं अगली स्ट्रेन की गल करते हैं, अगली स्ट्रेन हैगी शीयर स्ट्रेन। शीयर स्ट्रेन ये देखो स्टूडेंट्स, ये ध्यान नाल समझने वाली गल है, ये वैसे कोई औखी कोई गल नहीं हैगी, ध्यान देना पऊ तुहानूं ये। आ देखो साडे कोल की आ वाला बॉक्स है, इन्हूं थोड़ा वड्डा बना लेने फिर क्लीयर हो जू ज़्यादा। शीयर स्ट्रेन दे विच तुहानूं दस्सिया सी मैंने भी हरेक स्ट्रैस दे लई एक स्ट्रेन है, ठीक है। शीयर स्ट्रेन दे लई साडे कोल शीयर स्ट्रैस होएगी, ठीक है, टेजेंशियल स्ट्रैस होगी, शीयर टेजेंशियल इक्को ही गलबात है ना। टेजेंशियल स्ट्रैस दे विच स्टूडेंट्स की हुंदा सी, साडा हेठां वाला फेस है जो फिक्स रहिंदा सी ते उपर वाले फेस ते एक फोर्स लगदी सी जो एफ वाला, ठीक है, जिद्दां मैं तुहानूं बुक दे ला के दिखाई थी, इत्थे बुक पई आ, मैं बुक दे ला के दिखाउणा, इदां असां ने फोर्स लगाई थी, इदां है ना पई आ, असीं उपरले फेस ते परले पासे नूं धक्किया सी, परले पासे नूं धक रहे हैं, ठीक है। इदां ही स्टूडेंट्स असीं इहदे उपर फोर्स लगाई आ, जिहड़ा अपर वाला फेस है इहनूं असीं राइट बन्ने नूं धक रहे हैं, हेठां वाला फेस है जो फिक्स आ, फिर की होएगा स्टूडेंट्स, फिर साडी बॉडी दी कन्फिगरेशन वो चेंज होएगी। वो साडी बॉडी दी कन्फिगरेशन च किदां चेंज आएगी स्टूडेंट्स, देखो जिहड़ा आ वाला जो सारा फेस है ये राइट बन्ने नूं शिफ्ट हो जाऊगा, आ वाला एज है जो वो इत्थे आ जाएगा, ठीक है। ये साडा काहे ते डिपेंड करता भी कितना शिफ्ट हो, साडी फोर्स ते डिपेंड करता, ये सारा जो फेस आ इदां शिफ्ट हो जाएगा, ठीक है। तो आ वाला एज इधर नूं राइट बन्ने नूं टिल्ट हो जाएगा, ठीक है। इत्थे एंगल ने थीटा बनाया स्टूडेंट्स, इत्थे थीटा, ठीक है। ये साड़ी किहड़ी राइट एंगल ट्रायंगल बनिया इत्थे, आ जो क्यूब सी पहला साडा इत्थे, मतलब कि इत्थे जो एज ते इन्हां हरेक क्यूब दे हरेक एज ते की बनदा हुंदा साडा राइट एंगल बनदा हुंदा, ठीक है। हुण देखो स्टूडेंट्स इहदी हरेक एज दी लेंथ एल आ, सारियां साइडां दी लेंथ एल आ, जिधरों मर्जी वेख लो। शीयर स्ट्रेन मोटे मोटे शब्दों दस देना थोनों, आईओ वाले थीटे नूं ना, आ वाला थीटा जो ये थीटे नूं ही असीं शीयर स्ट्रेन कहंदे आ। जिन्ने एंगल राही साडे बॉडी दे फेसिस ने जो राइट बन्ने नूं शिफ्ट हो गया अंडर दी एप्लीकेशन ऑफ द शीयर स्ट्रैस, ठीक है, तो वो जो थीटा होएगा वो थीटे नूं असीं शीयर स्ट्रेन कहंदे आ, ठीक है। असीं लिखांगे इत्थे दी एंगल, इट इज़ डिफाइंड एज दी एंगल किहड़ा एंगल थीटा थ्रू विच परपेंडिकुलर फेस किहड़े फेस की गल करदा स्टूडेंट्स, ये आ वाले फेस की गल करदा जो आ वाला, ठीक है, और लैफ्ट बन्नी वाला फेस आ वाला, ठीक है, ये फेस की गल करदा। परपेंडिकुलर फेस शिफ्ट्स एंगल थ्रू विच परपेंडिकुलर फेस शिफ्ट्स टुवर्ड्स इन द डायरेक्शन ऑफ द फोर्स, in the direction of force, ठीक है, इन द डायरेक्शन ऑफ फोर्स, या असीं कह सकते हैं अंडर दी, ठीक है, इत्थे तक इन द डायरेक्शन ऑफ फोर्स हो गया, अंडर दी एप्लीकेशन ऑफ शीयर स्ट्रेस,
ठीक है। ਜਦੋਂ ਕਿਸੇ ਬੋਡੀ ਤੇ ਸ਼ੀਅਰ ਸਟ੍ਰੈਸ ਲੱਗਦੀ ਆ ਤਾਂ ਉਹਦੇ ਫੇਸਿਸ ਨੇ ਜੋ ਆਪਣੇ ਇੱਕ ਐਂਗਲ ਨਾਲ ਸ਼ਿਫਟ ਹੁੰਦੇ ਆ, ਜਿਹੜਾ ਜਿੰਨੇ ਐਂਗਲ ਨਾਲ ਸ਼ਿਫਟ ਹੁੰਦੇ ਆ ਉਹਨੂੰ ਹੀ ਅਸੀਂ ਸ਼ੀਅਰ ਸਟ੍ਰੇਨ ਕਹਿੰਦੇ ਆ। ਠੀਕ ਹੈ। ਹੁਣ ਦੇਖੋ ਮਤਲਬ ਕਿ ਥੀਟਾ ਆ, ਮਤਲਬ ਕਿ ਇਹਨੂੰ ਥੀਟੇ ਨਾਲ ਡਿਨੋਟ ਕਰਦੇ ਹਾਂ, ਥੀਟਾ ਹੀ ਸਾਡੀ ਸ਼ੀਅਰ ਸਟ੍ਰੇਨ ਆ। ਠੀਕ ਹੈ। ਹੁਣ ਅਸੀਂ ਇਹਨੂੰ ਕੱਢਣ ਦੀ ਖੇਚਲ ਕਰਦੇ ਹਾਂ ਵੀ ਕਿੱਦਾਂ ਕੱਢ ਸਕਦੇ ਹਾਂ। ਠੀਕ ਹੈ ਸਟੂਡੈਂਟਸ, ਇੱਥੋਂ ਦੇਖੋ ਆਹ ਵਾਲੀ ਟ੍ਰਾਇੰਗਲ ਦੇ ਵਿੱਚ ਫਰਕ ਕਰਦੇ ਹਾਂ ਸਟੂਡੈਂਟਸ ਆਪਾਂ, ਆਹ ਵਾਲੀ ठीक है। ये ट्रायंगल नूं असीं बाहर कढ के ले आउणे आ, ये ट्रायंगल इदां दी आ। ठीक है। इसकी लेंथ एल है, आ वाला साडा थीटा ते जिहड़ी डिसप्लेसमेंट है इहनूं असीं एक्स मानते हैं, जिहड़ी उपर वाले फेस की डिसप्लेसमेंट हुई है वो एक्स हुई है। ਹੁਣ ट्रिग्नोमैट्रिक रेशो ਦੇ ਵਿੱਚ tan थीटा अप्लाई करो ਇੱਥੇ, tan थीटा इज इक्वल टू सामने वाली साइड बटे अपना बेस x डिवाइडेड बाय l। ठीक है। ਹੁਣ स्टूडेंट्स ਅਸੀਂ ਕਿਹੜੀ ਬੋਡੀਜ਼ ਦੀ ਗੱਲ ਕਰਦੇ ਹਾਂ, ਅਸੀਂ ਰਿਜਿਡ ਬੋਡੀਜ਼ ਦੀ ਗੱਲ ਕਰਦੇ ਹਾਂ। ਰਿਜਿਡ ਬੋਡੀ ਦੇ ਵਿੱਚ ਜੋ ਵੀ ਹੈ ਡਿਸਪਲੇਸਮੈਂਟ ਆਫਟਰ ਐਪਲੀਕੇਸ਼ਨ ਆਫ ਫੋਰਸ ਬਹੁਤ ਥੋੜੀ ਹੁੰਦੀ ਹੈ। ਠੀਕ ਹੈ। ਇਸ ਕਰਕੇ ਜੋ ਥੀਟਾ ਸਾਡਾ ਬਹੁਤ ਸਮਾਲ ਹੈ। ਠੀਕ ਹੈ। ਜਦੋਂ ਟੈਨ ਦੇ ਵਿੱਚ ਥੀਟਾ ਪੁੱਟ ਕਰਿਆ ਹੋਵੇ, ਬਹੁਤ ਥੀਟਾ ਸਮਾਲ ਹੋਵੇ ਤਾਂ ਇਹ ਟੈਨ ਥੀਟਾ ਕਿਹਦੇ ਇਕੁਅਲ ਹੁੰਦਾ, ਥੀਟੇ ਦੇ ਹੀ ਇਕੁਅਲ ਹੁੰਦਾ। ਠੀਕ ਹੈ। ਇਸ ਕਰਕੇ ਥੀਟਾ ਇਜ਼ ਇਕੁਅਲ ਟੂ x ਬਾਈ l। ਇਹ ਸਾਡੀ ਕੀ ਆ ਗਈ, ਥੀਟਾ ਕਿਹਨੂੰ ਕਹਿੰਦੇ ਆ ਅਸੀਂ, ਸ਼ੀਅਰ, ਆਪਣੀ ਸ਼ੀਅਰ ਸਟ੍ਰੇਨ ਕਹਿੰਦੇ ਆ। ਠੀਕ ਹੈ। ਸ਼ੀਅਰ ਸਟ੍ਰੇਨ। ठीक है। ये हो गई साड़ियाँ तीनों टाइप्स स्ट्रेन दियाँ हो गई। तो हुण असीं देखते हैं MCQ। स्टूडेंट साडा फस्ट MCQ देखो, स्ट्रैस इज गिवन बाय फोर्स इनटू एरिया, फोर्स ओवर एरिया, स्ट्रैस इनटू स्ट्रेन या नन। ठीक है। स्ट्रैस की स्टूडेंट्स इत्थे डेफिनेशन की गल करी है। असीं स्ट्रैस की पढ़ के आए हैं, स्ट्रैस इज इक्वल टू F डिवाइडेड बाय A। ਜਿਹੜੀ ਅਸੀਂ ਫੋਰਸ ਅਪਲਾਈ ਕਰ ਰਹੇ ਹਾਂ, ਜਾਂ ਡੀਫਾਰਮਿੰਗ ਫੋਰਸ ਤੇ ਰੀਸਟੋਰਿੰਗ ਫੋਰਸ ਦੀ ਅਸੀਂ ਗੱਲ ਕਰੀ ਦੀ ਇੱਥੇ। ਠੀਕ ਹੈ। ਉਹ ਵਾਲੀ ਇਹ ਐਫ ਆ ਜਿਹੜੀ ਡੀਫਾਰਮਿੰਗ ਫੋਰਸ ਜਾਂ ਰੀਸਟੋਰਿੰਗ ਫੋਰਸ ਡਿਵਾਈਡਡ ਬਾਏ ਪਰ ਯੂਨਿਟ ਏਰੀਆ, ਉਹ ਸਾਡੀ ਕੀ ਹੁੰਦੀ ਆ, ਸਟ੍ਰੈਸ ਹੁੰਦੀ ਆ। ਤੇ ਫਸਟ ਵਾਲੀ ਆਪਸ਼ਨ ਵੇਖੋ, ਫਸਟ ਵਾਲੀ ਆਪਸ਼ਨ ਤਾਂ ਸਾਡੀ ਇਨਟੂ ਵਾਲੀ ਆ, ਇਹ ਸਾਡੀ ਕੈਂਸਲ ਹੋ ਜਾਣੀ ਆ। ਸੈਕਿੰਡ ਵਾਲੀ ਸਹੀ ਹੋ ਜਾਣੀ ਤੇ ਬਾਕੀ ਸਾਡੀਆਂ ਆਪਣੇ ਆਪ ਕੈਂਸਲ ਹੋ ਜਾਣੀਆਂ ਨੇ। ਠੀਕ ਹੈ। ਅੱਗੇ ਵੇਖਦੇ ਸਟੂਡੈਂਟਸ ਅਸੀਂ ਡਿਮੈਂਸ਼ਨਲ ਫਾਰਮੂਲਾ ਫਾਰ ਆਫ ਸਟ੍ਰੈਸ ਇਜ਼ ਸੇਮ ਐਜ਼ ਦੈਟ ਆਫ ਡਿਮੈਂਸ਼ਨਲ ਫਾਰਮੂਲੇ ਦੀ ਗੱਲ ਕਰੀਏ ਸਟੂਡੈਂਟਸ, ਇਹਨਾਂ ਨੇ ਡਿਮੈਂਸ਼ਨਲ ਫਾਰਮੂਲਾ ਦੇਖੋ ਸਟੂਡੈਂਟਸ ਕਿੱਦਾਂ ਅਸੀਂ ਡਿਮੈਂਸ਼ਨਲ ਫਾਰਮੂਲਾ ਜੋ ਹੈ ਸਾਡਾ ਉਹ ਯੂਨਿਟਸ ਤੋਂ ਬਣਦਾ ਹੁੰਦਾ। ਅਗਰ ਸਾਨੂੰ ਕਿਸੇ ਵੀ ਕੁਆਂਟਿਟੀ ਦੇ ਯੂਨਿਟ ਪਤਾ ਤਾਂ ਅਸੀਂ ਉਹਦਾ ਡਿਮੈਂਸ਼ਨਲ ਫਾਰਮੂਲਾ ਬਣਾ ਸਕਦੇ ਹਾਂ। ਠੀਕ ਹੈ। ਅਗਰ ਸਾਡੇ ਕੁਆਂਟਿਟੀ ਦੇ ਯੂਨਿਟ ਸੇਮ ਨੇ, ਦੋ ਕੁਆਂਟਿਟੀਜ਼ ਨੇ, ਉਹਨਾਂ ਦੇ ਦੋਨਾਂ ਦੇ ਯੂਨਿਟ ਸੇਮ ਨੇ ਤਾਂ ਡਿਮੈਂਸ਼ਨਲ ਫਾਰਮੂਲਾ ਵੀ ਸੇਮ ਹੋਏਗਾ। ਠੀਕ ਹੈ। ਹੁਣ ਵੇਖਦੇ ਹਾਂ ਅਸੀਂ ਇਹਨੂੰ ਕਿੱਦਾਂ ਸੋਲਵ ਕਰਾਂਗੇ ਸਟੂਡੈਂਟਸ। ਪਹਿਲੀ ਤਾਂ ਗੱਲ ਕਰੀ ਹੈ ਇਹਨਾਂ ਨੇ ਸਟ੍ਰੈਸ ਦੀ ਗੱਲ ਕਰੀ ਹੈ। ਸਟ੍ਰੈਸ ਕੀ ਹੁੰਦੀ ਹੈ ਸਾਡੀ, ਫੋਰਸ ਓਵਰ ਏਰੀਆ। ਸਟ੍ਰੈਸ ਇਜ਼ ਇਕੁਅਲ ਟੂ ਫੋਰਸ ਓਵਰ ਏਰੀਆ। ਠੀਕ ਹੈ। ਫੋਰਸ ਕਾਹਦੇ 'ਚ ਮੇਜਰ ਕਰੀ ਜਾਂਦੀ ਹੁੰਦੀ ਹੈ, ਨਿਊਟਨ ਦੇ ਵਿੱਚ। ਉਸ ਤੋਂ ਬਾਅਦ ਏਰੀਆ ਸਾਡਾ मीटर का स्केयर, तो साडा की आया यूनिट की आ गए न्यूटन मीटर का -2। ठीक है। उस तो बाद असीं इन्हां चों हुण चार ऑप्शन वेखदे हां। फोर्स वेखो स्टूडेंट्स, फोर्स का यूनिट की हुंदे साडे, फोर्स असीं हमेशा न्यूटन दे विच मेजर करते हैं। ठीक है। फोर्स दे न्यूटन हुंदा, इहदा स्ट्रैस दे यूनिट किन्ने, न्यूटन पर मीटर स्केयर आ। फोर्स दे यूनिट किन्ने ने, इकल्ला न्यूटन, इस करके साडा यह कैंसल हो जाऊ ऑप्शन। उस तो बाद अगे वेखदे हां इंपल्स के यूनिट। इंपल्स वेखो ये होंगी फोर्स इंटू टाइम होंगी है। ठीक है। फोर्स साड़ी न्यूटन इंटू सैकेंड, न्यूटन सैकेंड है जो इंपल्स का यूनिट है। ठीक है। बट स्ट्रैस का यूनिट न्यूटन पर मीटर स्केयर आ, ये भी साडा ऑप्शन कैंसल हो जानी है। ठीक है। अगे वेखते हैं प्रैशर। प्रैशर इज इक्वल टू की हुंदा स्टूडेंट्स, ये फोर्स ओवर एरिया हुंदा। ठीक है। फोर्स साडी न्यूटन च मेजर करते हैं, एरिया साडा मीटर का स्केयर, इट इज़ इक्वल टू न्यूटन मीटर का -2। ठीक है। न्यूटन पर मीटर का स्केयर। प्रैशर के नाल देखो हुण अपने स्ट्रैस के यूनिट मिल गए आ। अगर यूनिट मिलते हैं स्टूडेंट्स फिर डिमेंशनल फार्मूले भी सेम होने हैं, इस करके साडा प्रैशर के नाल अपने यूनिट मिल गया। अगला एक बार चेक कर लेने असीं स्ट्रेन बारे। स्ट्रेन की हुंदी है स्टूडेंट्स, स्ट्रेन एक रेसो आ। ठीक है। कदी अगर असी लॉन्गीट्यूडनल स्ट्रेन की गल करते हैं तो लेंथस की रेसो आ, अगर वॉल्यूम स्ट्रेन की गल करते हैं तो वॉल्यूम की रेसो आ। अगर जेड़ा है ना आ रेसो आ, इत्थे जेड़ा यूनिट इहदा होऊगा वो यूनिट इहदा होऊगा, दोनों आपस दे विच घट हो जाने, तो यह की हो जानी है, यूनिट लैस हो जानी है।
ठीक है। स्ट्रैस साडी स्ट्रेन सॉरी यूनिटलैस आ, इस करके साडी ये वाली ऑप्शन भी कैंसल हो जानी है, तो थर्ड ऑप्शन साडी करैक्ट होगी। ठीक है स्टूडेंट्स, अगे वेखने असीं अगे ए कॉपर एंड स्टील वायर ऑफ द सेम डायमीटर सेम आ, दो वायरस ने साडे कोल, ठीक है, आर कनैक्टड एंड टू एंड ए डिफॉर्मिंग फोर्स। इत्थे तक पहलां करदे हां असीं अपने कोल असीं एक कॉपर वायर ले लैने आ साडे कोल की है स्टूडेंट्स कॉपर वायर, ठीक है, ਇਹਦਾ कुछ डायामीटर ਤੇ कुछ ਲੈਂਥ ਆ, ठीक है। दूसरी की कहते हैं ये एक कॉपर एक स्टील वायर आ, स्टील वायर इत्थों स्टार्ट होंदी है एंड टू एंड कनैक्टड ने स्टूडेंट्स ये, ठीक है। आ लो जी ये नाल कनैक्ट कर दित्तियां, जुड़ियां हुई ने ये, ठीक है, एक दूजे नाल। उस तो बाद वेखो एक डिफॉर्मिंग फोर्स F is applied to this composite wire which causes a total elongation, ठीक है, of 1 सेंटीमीटर। the two wires will be, फिर की स्टूडेंट करिया असां ने, फिर ये एक फोर्स अप्लाई करिए इधर डिफॉर्मिंग फोर्स FD अप्लाई करी, ठीक है। चाहे इनू असीं रिजिड सपोर्ट नाल बन सकते हैं, अगर रिजिड सपोर्ट नाल नहीं लगाउणी हैगी फिर असीं की करदे हुंदे आ इधर नूं फोर्स FD ही अप्लाई होगी, ठीक है। फोर्स अप्लाई हो गई है, फिर की होया सैकेंड केस चेंज हो गई है, काहदे विच चेंज हो गई है स्टूडेंट्स, ਇਹਦੀ थोड़ी लेंथ है ना वो 1 सेंटीमीटर इनक्रीज़ हो गई है, पहले केस नालों दूजे केस दे विच लेंथ 1 सेंटीमीटर इनक्रीज़ हो गई है ड्यू टू दी एप्लीकेशन ऑफ डिफॉर्मिंग फोर्स, ठीक है। ये साडे कोल जिन्ना भी सी सारा वो क्वेश्चन सी। हुण वेखो अगे की कहंदा ये दी टू वायरस विल बी, टू वायरस की गल करदा ये की होणगियां सेम स्ट्रैस सेम होना च, ठीक है। स्टूडेंट स्ट्रैस देखो की हुंदी है, स्ट्रैस हुंदी है साडे कोल स्ट्रैस इज इक्वल टू फोर्स ओवर एरिया हुंदी है, ठीक है। फोर्स एरिया कितना निकल सकता अपना डायामीटर के नाल, आ डायामीटर का रेडियस इतों आर आ, ठीक है, तो एरिया सर्कल ये सर्कल ही बनता F इंटू पाई आर का स्केयर, ठीक है। S इज इक्वल टू F पाई आर का स्केयर। स्टूडेंट्स तुम दोनों वायरस से फोर्स इफेक्ट कर रही है, दोनों वायरस से फोर्स इफेक्ट क्योंकि आपस में जुड़ियां हुई ने, दोनों वायरस से फोर्स इफेक्ट कर रही है, दोनों पाई एक कॉन्सटेंट है, रेडियस आर है जो दोनों वायरस का सेम है, ठीक है। इस करके जी स्ट्रैस आ साडी दोनों वायरस से सेम होएगी। पहली ऑप्शन सेम स्ट्रैस है, ये ठीक है स्टूडेंट्स, ठीक है। असी अगली ऑप्शन चेक कर लेने। डिफरेंट स्ट्रैस जो असी पहली ऑप्शन सेम स्ट्रैस वाली टिक कर ली है, डिफरेंट स्ट्रैस वाली तो आटोमैटिकली कैंसल हो जाएगी, ठीक है। इनू कट कर देंगे। सेम स्ट्रेन देखो स्टूडेंट्स की होंगी है, इत्थे की हो रहा, इत्थे डिफॉर्मिंग फोर्स एक्ट हो रही है राइट बन्नी नूं, ठीक है। तो उस तो बाद ਇਹਦਾ ਇਨਕਰੀਮੈਂਟ ਲੱਗ ਗਿਆ ਲੈਂਥ ਦੇ ਵਿੱਚ ਜਦੋਂ ਇਨਕਰੀਮੈਂਟ ਲੱਗਦਾ स्टूडेंट्स ਕਿਹੜੀ ਸਟ੍ਰੇਨ ਹੁੰਦੀ ਹੈ ਇੱਥੇ ਲੌਂਗੀਟਿਊਡਨਲ ਸਟ੍ਰੇਨ ਹੁੰਦੀ ਆ। ਲੌਂਗੀਟਿਊਡਨਲ ਸਟ੍ਰੇਨ ਕੀ ਹੁੰਦੀ ਆ, ਲੌਂਗੀਟਿਊਡਨਲ ਸਟ੍ਰੇਨ ਇਜ਼ ਅ ਚੇਂਜ ਇਨ ਲੈਂਥ ਡਿਵਾਈਡਡ ਬਾਈ ओरिजिनल ਲੈਂਥ, ਠੀਕ ਹੈ। ਦੇਖੋ स्टूडेंट्स ਸਾਡੀ ਜਿਹੜੀ ਸਟ੍ਰੇਨ ਆ ਨਾ ਚੇਂਜ ਇਨ ਲੈਂਥ ਆ, ਅਗਰ ਸਾਡੇ ਕੋਲ ਕਾਪਰ ਵਾਇਰ ਆ ਅਸੀਂ ਉਹਨੂੰ ਆ ਸਾਡੇ ਕੋਲ ਰੈੱਡ ਮਾਰਕਰ ਕਾਪਰ ਵਾਇਰ ਆ, ਆਹ ਵਾਲੀ ਸਾਡੇ ਕੋਲ ਸਟੀਲ ਵਾਇਰ ਆ, ठीक है। अगर मैं ये 1 न्यूटन फोर्स अप्लाई करदा कॉपर वायर ते इहदा इनक्रीमेंट जनरल डाटा लेना मैं 1 सेंटीमीटर लग गया, मान लो 1 न्यूटन फोर्स लगाइए 1 सेंटीमीटर लग गया, ठीक है। हुण असी स्टील वायर लैने ये भी 1 न्यूटन फोर्स ही लगाई आ। डाटा स्टूडेंट्स मैं जनरल लैना, कोई पैट डाटा नहीं है, किते कहूँ भी अपने 1 न्यूटन फोर्स लगाउण नाल अपनी कॉपर वायर की 1 सेंटीमीटर इनक्रीमेंट लग जाता हुंदा, ठीक है। तुहानूं समझाउण वास्ते एक एग्जाम्पल लै रहा। उस तो बाद स्टील की वायर आ, ये 1 न्यूटन फोर्स लगा दी है स्टूडेंट्स, ठीक है। यदा जो इनक्रीमेंट लगेगा स्टूडेंट्स कॉपर वायर जिन्ना नहीं लगेगा, क्यों? क्योंकि साडी स्टील की वायर आ बड़ी हार्ड आ, बड़ी ज़्यादा मोर रिजिड दैन दी अपनी कॉपर वायर, ठीक है। ये जी डिसप्लेसमेंट होगी अपने मॉलीक्यूल्स की या एटम्स की वो बहुत थोड़ी होनी है ड्यू टू दी रिजिडिटी, ठीक है। क्योंकि जी साडी स्ट्रेन है स्टूडेंट्स वो साडी मटीरियल की मटीरियल ते डिपेंड करती भी किदां दा मटीरियल है, ठीक है। अगर मटीरियल ज़्यादा हार्ड होंदा जाऊ उसकी स्ट्रेन घटती जानी है क्योंकि चेंज इन लेंथ घटूगी। अगर मटीरियल साडा हार्ड नहीं है, सॉफ्ट है, वो लेंथ के इनक्रीमेंट ज़्यादा लगूगा, इस करके उसकी स्ट्रेन वो ज़्यादा हो जानी है, ठीक है स्टूडेंट्स। हुण देखो की गल करदा सेम स्ट्रेन है ना, स्ट्रेन तो स्टूडेंट सेम नहीं हो सकती क्योंकि ये डिफरेंट वायर ने डिफरेंट अपने मटीरियल तो बनिया हुई ने, ठीक है। जी स्ट्रेन है मटीरियल पर डिपेंड करती है, इस करके साडी ये ऑप्शन जो कैंसल हो जानी है क्योंकि जी स्ट्रेन होगी स्टूडेंट्स वो साडी डिफरेंट होगी, ठीक है। हुण डिफरेंट स्ट्रेन
ਸਟ੍ਰੇਨ ਡਿਫਰੈਂਟ ਹੋਏਗੀ, ਹਾਂ ਇਹ ਵਾਲਾ ਆਪਸ਼ਨ ਸਾਡਾ ਠੀਕ ਹੋ ਜਾਣਾ। ਠੀਕ ਹੈ, ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਸਟੂਡੈਂਟਸ। A spring is stretched by applying a load to its free end. The strain produced in the spring is, ਹੁਣ ਸਾਡੇ ਕੋਲ ਸਟੂਡੈਂਟ ਸਾਡੇ ਕੋਲ ਕੀ ਹੈ, ਸਾਡੇ ਕੋਲ ਸਪਰਿੰਗ ਆ, ਸਾਡੇ ਕੋਲ ਆ ਰਿਜਿਡ ਸਪੋਰਟ ਹੈ, ਇੱਥੇ ਇੱਥੇ ਇੱਕ ਸਪਰਿੰਗ ਆ, ਠੀਕ ਆ, ਆਫ ਦਾ ਫਰੀ ਐਂਡ ਆ। ਹੁਣ ਇਹਨੂੰ ਅਸੀਂ ਇੱਥੇ ਫੋਰਸ ਅਪਲਾਈ ਕਰਤੀ ਹੈ, ਇਹ ਸਟੈਚ ਹੋ ਜਾਊਗਾ, ਕੀ ਹੋ ਜਾਊਗਾ, ਇੱਥੋਂ ਇੱਦਾਂ ਹੋ ਜਾਊ। ਠੀਕ ਹੈ, ਇੱਥੇ ਤੱਕ ਪਹੁੰਚ ਗਿਆ। ਇਹ ਪਹਿਲਾਂ ਦੀ ਫਸਟ ਕੰਡੀਸ਼ਨ ਸੀ, ਇਹ ਸੈਕੰਡ ਵਾਲੀ ਕੰਡੀਸ਼ਨ ਸੀ ਆਫਟਰ ਐਪਲੀਕੇਸ਼ਨ ਆਫ ਫੋਰਸ। ਠੀਕ ਹੈ, ਫਿਰ ਕੀ ਕਹਿੰਦਾ ਇਹ, ਦੀ ਸਟ੍ਰੇਨ ਪ੍ਰੋਡਿਊਸਡ ਇਨ ਦੀ ਸਪਰਿੰਗ, ਸਟ੍ਰੇਨ ਜੋ ਪ੍ਰੋਡਿਊਸ ਹੋਊਗੀ ਸਪਰਿੰਗ ਦੇ ਵਿੱਚ ਕੀ ਹੋਊਗੀ, ਲੌਂਗੀਟਿਊਡਨਲ ਸਟ੍ਰੇਨ ਹੋਊ, ਲੌਂਗੀਟਿਊਡਨਲ ਸ਼ੀਅਰ ਸਟ੍ਰੇਨ ਹੋਊ, ਸ਼ੀਅਰ ਹੋਊਗੀ ਜਾਂ ਵੋਲਿਊਮੈਟ੍ਰਿਕ ਹੋਊਗੀ। ਠੀਕ ਹੈ, ਵੋਲਿਊਮ ਦੀ ਤਾਂ ਇੱਥੇ ਸਟੂਡੈਂਟਸ ਕੋਈ ਗੱਲ ਨਹੀਂ ਹੋਈ। ਠੀਕ ਹੈ, ਜੇ ਵੋਲਿਊਮੈਟ੍ਰਿਕ ਉਦੋਂ ਹੁੰਦੀ ਹੈ ਜਦੋਂ ਕਿਸੇ ਬੋਡੀ ਦਾ ਵੋਲਿਊਮ ਇਨਕਰੀਜ਼ ਹੋਵੇ ਜਾਂ ਡਿਕਰੀਜ਼ ਹੋਵੇ, ਇਸ ਕਰਕੇ ਇਹ ਆਪਸ਼ਨ ਤਾਂ ਡਾਇਰੈਕਟ ਹੀ ਕੈਂਸਲ ਹੋ ਜਾਣੀ ਹੈ। ਠੀਕ ਹੈ, ਇਹ ਸਪਰਿੰਗ ਇਜ਼ ਸਟ੍ਰੈਸਡ ਬਾਈ ਅਪਲਾਈਂਗ ਅ ਲੋਡ ਟੂ ਇਟਸ ਫਰੀ ਐਂਡ ਤੇ ਹੀ। ਠੀਕ ਹੈ ਸਟੂਡੈਂਟਸ, ਲੌਂਗੀਟਿਊਡਨਲ ਤੇ ਸ਼ੀਅਰ ਵੀ ਨਹੀਂ ਹੋ ਸਕਦੀਆਂ। ਠੀਕ ਹੈ, ਹੁਣ ਵੇਖੋ ਸਟੂਡੈਂਟਸ, ਹੁਣ ਸਾਡੇ ਕੋਲ ਇੱਕ ਲੌਂਗੀਟਿਊਡਨਲ ਰਹਿ ਗਈ, ਇੱਕ ਸ਼ੀਅਰ ਰਹਿ ਗਈ। ਅਸੀਂ ਲੌਂਗੀਟਿਊਡਨਲ ਦੇ ਵਿੱਚ ਕੀ ਹੁੰਦਾ ਸਟੂਡੈਂਟਸ, ਅਸੀਂ ਨਾਰਮਲ ਫੋਰਸ ਜੋ ਅਪਲਾਈ ਕਰਦੇ ਹੁੰਦੇ ਆ ਉਹਦੇ ਨਾਲ ਸਾਡੀ ਲੈਂਥ ਦੇ ਵਿੱਚ ਇਨਕਰੀਮੈਂਟ ਲੱਗਦਾ ਹੁੰਦਾ। ਸ਼ੀਅਰ ਦੇ ਵਿੱਚ ਕੀ ਹੁੰਦਾ ਸਟੂਡੈਂਟਸ, ਸਾਡਾ ਜੋ ਬਾਡੀ ਦਾ ਫੇਸ ਹੈ ਜੋ ਟਿਲਟ ਹੋ ਜਾਂਦਾ, ਸ਼ਿਫਟ ਹੋ ਜਾਂਦਾ ਹੁੰਦਾ। ਠੀਕ ਹੈ, ਹੁਣ ਵੇਖੋ ਇੱਥੇ ਕੀ ਹੋ ਰਿਹਾ, ਇੱਥੇ ਪਹਿਲਾਂ ਤਾਂ ਲੈਂਥ ਉਹਦੀ ਐਲ ਸੀ, ਫਿਰ ਉਸ ਤੋਂ ਬਾਅਦ ਐਲ ਪਲੱਸ ਡੈਲਟਾ ਐਲ ਹੋ ਗਈ, ਮਤਲਬ ਡੈਲਟਾ ਐਲ ਇਨਕਰੀਮੈਂਟ ਲੱਗ ਗਿਆ। ਜਦੋਂ ਕਿਸੇ ਲੈਂਥ ਦੇ ਵਿੱਚ ਇਨਕਰੀਮੈਂਟ ਜਾਂ ਘਟਦੀ ਆ ਜਾਂ ਇਨਕਰੀਜ਼ ਹੁੰਦੀ ਹੈ ਜਾਂ ਡਿਕਰੀਜ਼ ਹੁੰਦੀ ਆ, ਤਾਂ ਉਦੋਂ ਕਿਹੜੀ ਆਪਣੀ ਸਟ੍ਰੇਨ ਹੁੰਦੀ ਹੈ, ਲੌਂਗੀਟਿਊਡਨਲ ਸਟ੍ਰੇਨ ਹੁੰਦੀ ਆ। ਇਸ ਕਰਕੇ ਇਹਦਾ ਆਨਸਰ ਆਊਗਾ ਸਟੂਡੈਂਟਸ, ਇਹ ਆਨਸਰ ਆਊਗਾ। ਠੀਕ ਹੈ, ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਫੀਡਬੈਕ ਤੁਸੀਂ ਨੇ ਜ਼ਰੂਰ ਦੇਣਾ। ਟੈਲੀਗ੍ਰਾਮ ਚੈਨਲ ਦਾ ਲਿੰਕ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੇ ਜਾ ਕੇ ਤੁਸੀਂ ਨੇ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲੈਣਾ, ਤੇ ਉੱਥੇ ਅਪਡੇਟਸ ਪੈਂਦੀਆਂ ਰਹਿੰਦੀਆਂ ਨੇ, ਤੇ ਉੱਥੇ ਆਪਣੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਵੀ ਪਏ ਆ, ਤੁਸੀਂ ਉੱਥੇ ਜਾ ਕੇ ਆਪਣੇ ਆਰਾਮ ਦੇ ਨਾਲ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਵੀ ਵੇਖ ਸਕਦੇ ਹੋ ਤੇ ਆਪਣੀ ਤਿਆਰੀ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ। ਠੀਕ ਹੈ, ਧੰਨਵਾਦ।